ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਸਵਾਗਤ ਹੈ। ਮੇਰਾ ਸਾਥ ਦੇ ਰਹੇ ਨੇ ਕੈਲਗਰੀ ਤੋਂ ਅਜੀਤ ਜੀ, ਚੰਡੀਗੜ੍ਹ ਤੋਂ ਸੀਪੀ ਸਿੰਘ ਜੀ ਅਤੇ ਮੁਹਾਲੀ ਤੋਂ ਸਬਦੀਸ਼ ਜੀ। ਤੁਹਾਡੇ ਸਭ ਦਾ ਵੀ ਇੱਕ ਵਾਰ ਫਿਰ ਤੋਂ ਸਵਾਗਤ ਹੈ। ਧੰਨਵਾਦ ਜੀ। ਗੱਲਬਾਤ ਕਰਾਂਗੇ ਕੱਲ ਜੋ ਕੋਰਟ ਦਾ ਇੱਕ ਨਿਰਦੇਸ਼ ਆਇਆ ਵਾ 3 ਜੱਜਾਂ ਦੀ ਬੈਂਚ, ਜਿਹਦੇ ਵਿੱਚ ਕਿ ਜਸਟਿਸ ਚੀਫ ਜਸਟਿਸ JS ਕੈਹਰ ਸਾਹਿਬ ਵੀ ਸੀ। ਉਹਨਾਂ ਨੇ ਜਦੋਂ ਪਟੀਸ਼ਨ ਲਾਈ ਗਈ BJP ਦੇ MP ਸੁਬਰਮਨੀਅਮ ਸਾਹਿਬ ਵੱਲੋਂ, ਤੇ ਉਹਦਾ ਫੈਸਲਾ ਸੁਣਾਉਂਦੇ ਜਾਂ ਉਹਦੇ ਯਾਚਿਕਾ ਉੱਤੇ ਗੱਲ ਕਰਦੇ ਹੋਏ ਜੋ ਰਾਮ ਮੰਦਿਰ ਦਾ ਇੱਕ ਮੁੱਦਾ ਵਾ, ਅਸੀਂ ਸਾਰੇ ਹੀ ਜਾਣਦੇ ਆ ਯੂਪੀ ਇਲੈਕਸ਼ਨ ਦੇ ਵਿੱਚ ਜਦੋਂ ਵੀ ਯੂਪੀ ਚ ਇਲੈਕਸ਼ਨ ਹੁੰਦੀ ਆ ਕਿਤੇ ਨਾ ਕਿਤੇ ਰਾਮ ਮੰਦਿਰ ਦਾ ਮੁੱਦਾ ਜ਼ਰੂਰ ਸਾਹਮਣੇ ਆਉਂਦਾ ਵਾ। ਐਰਕੀ ਵੀ BJP ਦੇ ਮੈਨੀਫੈਸਟੋ ਕਹਿ ਲਓ ਜਾਂ ਘੋਸ਼ਣਾ ਪੱਤਰ ਕਹਿ ਲਓ, ਉਹਦੇ ਵਿੱਚ ਕਿਤੇ ਨਾ ਕਿਤੇ ਰਾਮ ਮੰਦਿਰ ਦੀ ਗੱਲ ਕੀਤੀ ਹੋਈ ਸੀ। 3 ਜੱਜਾਂ ਦੀ ਬੈਂਚ ਨੇ ਜੋ ਅਯੋਧਿਆ ਦਾ ਇੱਕ ਮਾਮਲਾ, ਰਾਮ ਮੰਦਿਰ ਦਾ ਮਾਮਲਾ ਹਿੰਦੂ ਅਤੇ ਮੁਸਲਮਾਨਾਂ ਵਿੱਚ ਅਟਕਿਆ ਹੋਇਆ ਵਾ, ਉਹਦੇ ਉੱਤੇ ਜਾਚਿਕਾ ਦੀ ਗੱਲਬਾਤ ਕਰਦੇ ਹੋਏ ਇਹ ਆਖਿਆ ਕਿ ਇਸ ਮਾਮਲੇ ਨੂੰ ਕੋਰਟ ਤੋਂ ਬਾਹਰ ਹੀ ਸੈਟਲ ਕਰ ਲੈਣਾ ਚਾਹੀਦਾ ਹੈ। ਦੋਵੇਂ ਧੜਾਂ ਨੂੰ ਬਹਿ ਕੇ ਗੱਲਬਾਤ ਕਰਨੀ ਚਾਹੀਦੀ ਆ। ਕਹਿਰ ਸਾਹਿਬ ਨੇ ਤੇ ਇਹ ਵੀ ਕਹਿਤਾ ਕਿ ਜੇ ਤੁਹਾਨੂੰ ਮੀਡੀਏਟ ਕਰਨ ਨੂੰ, ਜੇ ਗੱਲਬਾਤ ਕਰਾਉਣ ਨੂੰ ਕਿਸੇ ਦੀ ਲੋੜ ਆ ਤੇ ਮੈਂ ਆਪਣੀ ਸੇਵਾ ਦੇਣ ਵਾਸਤੇ ਤਿਆਰ ਆ, ਜਾਂ ਜੇ ਤੁਸੀਂ ਮੇਰੀ ਸੇਵਾ ਨਹੀਂ ਚਾਹੁੰਦੇ ਤੇ ਹੋਰ ਕਿਸੇ ਦੀ ਸੇਵਾ ਚਾਹੁੰਦੇ ਜੋ, ਅਸੀਂ ਉਹਨਾਂ ਨੂੰ ਵੀ ਤੁਹਾਡੀ ਸੇਵਾ ਵਿੱਚ ਮੀਡੀਏਟ ਕਰਨ ਵਾਸਤੇ ਆਪਣੇ ਵੱਲੋਂ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਪਰ ਇਸ ਕਿਉਂਕਿ ਇਹ ਸੈਂਟੀਮੈਂਟਲ ਤੇ ਕਿਤੇ ਨਾ ਕਿਤੇ ਲੋਕਾਂ ਦੀ ਭਾਵਨਾ ਇਹਦੇ ਨਾਲ ਜੁੜੀ ਹੋਈ ਆ, ਇਸ ਫੈਸਲੇ ਨੂੰ ਕੋਰਟ ਤੋਂ ਬਾਹਰ ਹੀ ਸੈਟਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਉਹ ਵਧੀਆ ਚੀਜ਼ ਹੋਊਗੀ। ਹਰ ਪਾਰਟੀ ਦੀ ਅੱਡ ਬਿਆਨ ਆਏ। ਜ਼ਿਆਦਾਤਰ ਜੇ ਕਹੀਏ ਹਿੰਦੂ ਜਥੇਬੰਦੀਆਂ BJP RSS ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਵਾ, ਕੁਝ ਮੁਸਲਿਮ ਜਥੇਬੰਦੀਆਂ ਨੇ ਵੀ ਸਵਾਗਤ ਕੀਤਾ ਵਾ, ਪਰ ਕਾਫੀ ਵੱਡੀ ਮਾਤਰਾ ਮੁਸਲਿਮ ਜਥੇਬੰਦੀਆਂ ਨੇ ਜਿਨ੍ਹਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਵਾ। ਜੇ ਬਾਬਰੀ ਮਸਜਿਦ ਦੀ ਗੱਲ ਕਰੀਏ, ਸਨ 1528 ਦੇ ਵਿੱਚ ਇਸ ਮਸਜਿਦ ਨੂੰ ਬਣਾਇਆ ਗਿਆ ਸੀ। ਉਸ ਤੋਂ ਬਾਅਦ ਲਗਭਗ 100-200 ਸਾਲ ਤੋਂ ਇਸ ਮਾਮਲੇ ਉੱਤੇ ਵਿਵਾਦ ਚੱਲਦਾ ਹੀ ਆ ਰਿਹਾ ਵਾ। ਜੇ BJP ਦੀ ਗੱਲ ਕਰੀਏ ਤੇ ਚਾਹੇ BJP ਦਾ ਪਾਰਟੀ ਦਾ ਸੱਤਾ ਦਾ ਸਫਰ ਦੇ ਵਿੱਚ ਕਿਤੇ ਨਾ ਕਿਤੇ ਰਾਮ ਮੰਦਿਰ ਦਾ ਮੁੱਦਾ ਹਮੇਸ਼ਾ ਹਾਵੀ ਰਹਿੰਦਾ ਹੈ। ਅਡਵਾਨੀ ਸਾਹਿਬ ਜਿਨ੍ਹਾਂ ਨੇ ਕਿ ਇੱਕ ਵਾਰ ਰੱਥ ਯਾਤਰਾ ਵੀ ਕੱਢੀ ਸੀ, ਜਦੋਂ ਵਾਜਪਾਈ ਸਾਹਿਬ ਪ੍ਰਧਾਨ ਮੰਤਰੀ ਬਣੇ ਸੀ, ਕਿਤੇ ਨਾ ਕਿਤੇ ਉਹ ਰੱਥ ਯਾਤਰਾ ਦਾ ਨਾਂ ਤੇ ਜੋ ਵੋਟਾਂ ਬਟੋਰੀਆਂ ਗਈਆਂ ਸੀ ਜਾਂ ਪੋਲਰਾਈਜੇਸ਼ਨ ਕੀਤੀ ਗਈ ਸੀ, ਉਹਦੇ ਵਿੱਚ BJP ਨੂੰ ਫਾਇਦਾ ਹੀ ਮਿਲਿਆ ਸੀ। ਪਰ ਇੱਕ ਵਾਰ ਫਿਰ ਤੋਂ ਇੱਕ ਪੱਖ ਦਾ ਮੁੱਦਾ ਸਾਡੇ ਸਾਰਿਆਂ ਸਾਹਮਣੇ ਆ ਗਿਆ ਵਾ ਤੇ ਰਾਮ ਮੰਦਿਰ ਬਣਾਉਣ ਦਾ, ਮਸਜਿਦ ਢਾਹ ਕੇ ਰਾਮ ਮੰਦਿਰ ਬਣੇ ਜਾਂ ਫਿਰ ਮਸਜਿਦ ਬਣੇ, ਉਹ ਮਾਮਲਾ ਜਦੋਂ ਚੀਫ ਜਸਟਿਸ ਨੇ ਇਹ ਕਿਹਾ ਕਿ ਇਹਨੂੰ ਬਹਿ ਕੇ ਸੁਲਝਾ ਲੈਣਾ ਚਾਹੀਦਾ ਵਾ, ਇਹਦੇ ਉੱਤੇ TV ਅਤੇ ਆਮ ਬੰਦਿਆਂ ਵਿੱਚ ਵੀ ਗੱਲਬਾਤ ਜਾਂ ਤੁਸੀਂ ਕਹਿ ਸਕਦੇ ਜੋ ਡਿਬੇਟ ਸ਼ੁਰੂ ਹੋ ਗਈ। ਸਭ ਤੋਂ ਪਹਿਲਾਂ ਅਜੀਤ ਜੀ ਤੁਹਾਡੇ ਤੋਂ ਸ਼ੁਰੂ ਕਰੂੰਗਾ। ਚੀਫ ਜਸਟਿਸ ਦਾ ਇਹ ਕਹਿਣਾ ਕਿ ਇਸ ਮੁੱਦੇ ਨੂੰ ਗੱਲਬਾਤ ਨਾਲ ਬਹਿ ਕੇ ਸੁਲਝਾ ਲੈਣਾ ਚਾਹੀਦਾ ਵਾ, ਈਵਨ ਦੋ ਕਿ ਹਾਈ ਕੋਰਟ ਦਾ ਫੈਸਲਾ ਆਲਰੇਡੀ ਆਇਆ ਹੋਇਆ ਵਾ, ਉਸ ਪੂਰੇ ਪਲਾਟ ਨੂੰ ਜਾਂ ਉਸ ਪੂਰੀ ਜਗ੍ਹਾ ਨੂੰ 3 ਹਿੱਸਿਆਂ ਵਿੱਚ ਵੰਡਣ ਵਾਸਤੇ ਹਾਈ ਕੋਰਟ ਨੇ ਨਿਰਦੇਸ਼ ਦਿੱਤੇ ਸੀ। ਉਸ ਮਾਮਲੇ ਦੀ ਹੀ ਸੁਣਵਾਈ ਸੁਪਰੀਮ ਕੋਰਟ ਦੇ ਵਿੱਚ ਹੋਣੀ ਸੀ। ਫਿਰ ਵੀ ਚੀਫ ਜਸਟਿਸ ਦਾ ਇਹ ਕਹਿਣਾ ਕਿ ਤੁਹਾਡੇ ਹਿਸਾਬ ਨਾਲ ਇਹ ਸਹੀ ਆ ਜਾਂ ਫਿਰ ਤੁਹਾਨੂੰ ਲੱਗਦਾ ਵਾ ਕਿ ਇਸ ਮਾਮਲੇ ਨੂੰ ਕੋਰਟ ਵਿੱਚ ਹੀ ਸੁਲਝਣਾ ਚਾਹੀਦਾ ਵਾ? ਹਰਪ੍ਰੀਤ ਜੀ, ਕਿਉਂਕਿ ਇਹ ਮੁੱਦਾ ਧਾਰਮਿਕ ਆਸਥਾ, ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਹਿਸਟਰੀ ਦੀ, ਇਤਿਹਾਸ ਦੀ ਉਸ ਕੁੜੱਤਣ ਨਾਲ ਵੀ ਜੁੜਿਆ ਹੋਇਆ ਹੈ ਕਿ ਬਾਬਰ ਤੇ ਉਹਦੇ ਜਿਹੜੇ ਅੱਗੇ ਜਿਹੜੇ ਵੰਸ਼ਜ ਸੀ, ਉਹਨਾਂ ਨੇ ਕਾਫੀ ਤਸ਼ੱਦਦ ਦੇ ਨਾਲ, ਕਾਫੀ ਓਪਰੇਸ਼ਨ ਵੀ ਜਿਹੜਾ ਹੈਗਾ ਇੱਥੇ ਦੀਆਂ ਜਿਹੜੀਆਂ ਰਹਿਣ ਵਾਲੀ ਵੱਡੀ ਗਿਣਤੀ ਸੀ ਹਿੰਦੂ ਜਮਾਤ, ਉਹਦੇ ਤੇ ਕੀਤਾ। ਇੱਕ ਇਸ ਚੀਜ਼ ਨੂੰ ਜਦੋਂ ਕੋਰਟ ਤੋਂ ਬਾਹਰ ਦੋਵੇਂ ਕਮਿਊਨਿਟੀਆਂ ਦੇ ਮਿਲ ਬੈਠਣ ਦੀ ਗੱਲ ਹੁੰਦੀ ਆ, ਉਹਦੇ ਨਾਲ ਉਹ ਜਗ੍ਹਾ ਦਾ ਜਿਹੜਾ ਮਸਲਾ ਹੈ ਉਹ ਤਾਂ ਹੱਲ ਹੋਵੇਗਾ ਹੀ ਹੋਵੇਗਾ, ਪਰ ਉਹਦੇ ਨਾਲ ਇੱਕ ਜਿਹੜੀ ਇਤਿਹਾਸਿਕ ਕੁੜੱਤਣ ਹੈ ਉਹਨੂੰ ਘਟਾ ਕੇ ਇੱਕ ਸਾਂਝੀਵਾਲਤਾ, ਆਪਸ 'ਚ ਮਿਲ ਬੈਠਣ ਦਾ ਸੰਦੇਸ਼ ਵੀ ਜਾਏਗਾ। ਸੋ ਮੇਰੇ ਵਿਚਾਰ ਦੇ ਵਿੱਚ ਕੋਰਟ ਦਾ ਫੈਸਲਾ ਨਾਲੋਂ ਜਿਹੜਾ ਕੋਰਟ ਤੋਂ ਬਾਹਰ ਮਿਲ ਬੈਠ ਕੇ ਫੈਸਲਾ ਕਰ ਲੈਣਾ ਹੈ,
ਉਹ ਬਹੁਤ ਜ਼ਿਆਦਾ ਚੰਗਾ ਇੱਕ ਕਦਮ ਹੋਏਗਾ, ਮੇਰੀ ਨਿੱਜੀ ਰਾਏ ਆ ਜਿਹੜੀ। ਕਿਉਂਕਿ ਦੂਜੀ ਰਾਏ ਦੇ ਵਿੱਚ ਜੇ ਕੋਰਟ ਦੇ ਵਿੱਚ ਫੈਸਲਾ ਹੁੰਦਾ ਹੈ, ਕੋਰਟ ਦੇ ਫੈਸਲੇ ਤੇ ਰਿਵਿਊ ਜਾਏਗੀ, ਇੱਕ ਧਿਰ ਨੂੰ ਜ਼ਰੂਰ ਉਹਦੇ ਨਾਲ ਰਿਜ਼ੈਂਟਮੈਂਟ ਹੋਏਗੀ, ਜਿਹੜੀਆਂ ਹੈਗੇ ਭਾਈਚਾਰੇ ਉਹਨਾਂ 'ਚ ਕੁੜੱਤਣ ਵੀ ਵਧੇਗੀ। ਉਹ ਚੀਜ਼ ਹੋਰ, ਇਹਦੇ ਹੱਲ ਬਹੁਤ ਲੰਮੇ ਜਾ ਸਕਦੇ ਨੇ, ਔਰ ਲੰਮੇ ਜਾਣ ਦੇ ਵਿੱਚ ਜੇ ਇੱਕੋ ਇੱਕ ਕਮਿਊਨਿਟੀ ਹੈ ਜਿਹਨੂੰ ਫਾਇਦਾ ਹੋ ਸਕਦਾ ਹੈ, ਉਹ ਹੈ ਪੋਲੀਟੀਕਲ ਕਮਿਊਨਿਟੀ। ਸੋ ਜੇ ਇਸ ਵਕਤ ਬੀਜੇਪੀ ਜਿਹੜੀ ਹੈਗੀ ਆ ਜਾਂ ਬੀਜੇਪੀ ਦੇ ਕਾਰਕੁਨ ਜਿਹੜੇ ਹੈਗੇ ਨੇ ਉਹ ਇਸ ਵਾਸਤੇ ਸਹਿਮਤ ਨੇ, ਤਾਂ ਉਹਨਾਂ ਦੀ ਅਪਰੋਚ ਨੂੰ ਜਿਹੜਾ ਹੈਗਾ ਇੱਕ ਵੱਡੇ ਪੱਧਰ ਦੇ ਉੱਤੇ ਸਹੀ ਬਣਨਾ ਚਾਹੀਦਾ ਹੈ। ਇਹਦੇ ਵਿੱਚ ਉਹ ਲੋਕ ਗਲਤ ਹੋਣਗੇ ਜਿਹੜੇ ਇਸ ਤਰ੍ਹਾਂ ਦਾ ਫੈਸਲਾ ਕੋਰਟ ਦੇ ਰਾਹੀਂ ਕਰਾਉਣ ਦੀ ਕੋਸ਼ਿਸ਼ ਕਰਨਗੇ ਕਿ ਇਹ ਜਿਹੜਾ ਵਾਦ ਵਿਵਾਦ ਹੈ ਉਹ ਲੰਮਾ ਹੋ ਸਕੇ, ਔਰ ਲੰਮਾ ਹੋਣ ਦੇ ਵਿੱਚ ਉਹਨਾਂ ਦਾ ਇੱਕੋ ਇੱਕ ਮਕਸਦ ਹੋਏਗਾ ਕਿ ਇਸ ਚੀਜ਼ ਨੂੰ ਪੋਲੀਟੀਕਲ ਐਕਸਪਲੋਇਟੇਸ਼ਨ ਜਿਹੜੀ ਕਰਕੇ ਅਸੀਂ ਵੋਟ ਬੈਂਕ ਕ੍ਰੀਏਟ ਕਰਦੇ ਹਾਂ, ਉਹ ਉਹਨਾਂ ਦਾ ਇੰਟਰਸਟ ਇੰਨਾ ਹੀ ਹੈ, ਪਰ ਉਹ ਇੱਕ ਮੁਲਕ ਦੇ ਜਾਂ ਮੁਲਕ 'ਚ ਰਹਿਣ ਵਾਲੇ ਬਸ਼ਿੰਦੇ ਦੇ ਇੰਟਰਸਟ ਤੋਂ ਬਿਲਕੁਲ ਕੰਟਰਰੀ ਹੋਏਗਾ। ਉਸ ਚੀਜ਼ ਨੂੰ ਕਦੇ ਵੀ ਚੰਗਾ ਨਹੀਂ ਕਹਿਣਾ ਚਾਹੀਦਾ। ਜੇ ਕਹਿਰ ਸਾਹਿਬ ਦੀ ਇਸ ਫੈਸਲੇ ਦੀ ਗੱਲ ਕਰਾਂ ਤੇ ਇੱਕ ਵਾਰ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਦੱਸ ਦੇਣਾ ਚਾਹੁੰਦਾ ਦਰਸ਼ਕਾਂ ਨੂੰ ਕਿ 9 ਵਾਰੀ ਪਹਿਲਾਂ ਵੀ ਨੈਗੋਸ਼ੀਏਸ਼ਨ ਕਰਾਉਣ ਦੀ ਟਰਾਈ ਕੀਤੀ ਗਈ ਆ, ਕੋਸ਼ਿਸ਼ ਕੀਤੀ ਗਈ ਆ। ਵਾਜਪਾਈ ਸਾਹਿਬ ਨੇ ਕੋਸ਼ਿਸ਼ ਕੀਤੀ, ਚੰਦਰ ਸ਼ੇਖਰ ਸਾਹਿਬ ਨੇ ਕੋਸ਼ਿਸ਼ ਕੀਤੀ, ਨਰਸਿਮਹਾ ਰਾਓ ਨੇ ਕੋਸ਼ਿਸ਼ ਕੀਤੀ ਆ, ਪਰ ਕਿਤੇ ਨਾ ਕਿਤੇ ਇਹ ਕੋਸ਼ਿਸ਼ ਅਸਫਲ ਰਹੀ ਆ। ਕੋਰਟ ਦੀ ਵੀ ਜੇ ਗੱਲ ਕਰੀਏ, ਜਦੋਂ ਵੀ ਬਾਬਰੀ ਮਸਜਿਦ ਦੇ ਰਿਲੇਟਡ ਕੋਈ ਵੀ ਮੈਟਰ ਕੋਰਟ ਵਿੱਚ ਸੁਣਾਈ ਵਾਸਤੇ ਆਉਂਦਾ ਵਾ, ਜਾਂ ਜਦੋਂ ਫੈਸਲੇ ਦੀ ਘੜੀ ਕੋਲ ਆਉਂਦੀ ਆ, ਤੇ ਜੋ ਦੇਸ਼ ਦੇ ਵਿੱਚ ਪ੍ਰਸ਼ਾਸਨ ਜਾਂ ਪੁਲਿਸ ਫੋਰਸਿਸ ਜਿੰਨੀਆਂ ਲਾਈ ਜਾਂਦੀਆਂ ਨੇ ਤਾਂ ਕਿ ਕਿਤੇ ਵੀ ਦੰਗੇ ਫਸਾਦ ਵੱਧ ਨਾ ਜਾਣ, ਉਸ ਚੀਜ਼ ਨੂੰ ਵੀ ਸਾਨੂੰ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ। ਸਬਦੀਪ ਜੀ, ਤੁਹਾਡੇ ਵਿਚਾਰ ਜਾਨਣਾ ਚਾਹੂੰਗਾ ਇਸ ਪੂਰੇ ਮਾਮਲੇ ਬਾਰੇ ਕਿ ਇੰਨਾ ਪੁਰਾਣਾ ਮਾਮਲਾ ਬਹਿ ਕੇ ਸੁਲਝਾਇਆ ਜਾ ਸਕਦਾ ਕਿ ਇੰਡੀਆ ਪੂਰੀ ਦੁਨੀਆ ਸਾਹਮਣੇ ਇੱਕ ਐਗਜ਼ਾਮਪਲ ਕ੍ਰੀਏਟ ਕਰ ਸਕਦਾ ਵਾ? मैं ये कहना चाहूंगा कि जिस इतिहासक कुड़त्तन का जिक्र अजीत सिंह जी ने किया है, उस इतिहासक कुड़त्तन दे विच भी इतिहास शामिल नहीं है, इतिहास की दुरवरतों शामिल है। बाबर बाहरों आया, भारत के उत्ते काबू हो गया, भारत के उत्ते उन्होंने राज किया, बिल्कुल उस दौर के विच राज किया जदों ਵੱਖਰੀ ਤਰ੍ਹਾਂ ਦੇ ਭਾਰਤੀ ਰਾਜੇ ਵੀ ਬਹੁਤ ਸਾਰੇ ਕੰਮ ਕਰ ਰਹੇ ਸਨ। ਉਸ ਦੌਰ ਨੂੰ ਜੇ ਅਸੀਂ ਸਮਝੀਏ, ਔਰ ਜੇ ਅਸੀਂ ਬਾਬਰ ਦੀ ਕੁਝ ਕੇ ਬਾਬਰੀ ਨੂੰ ਪੜ੍ਹੀਏ ਜਾਂ ਬਾਬਰ ਦੇ ਬਾਕੀ ਦੇ ਇਤਿਹਾਸ ਨੂੰ, ਪੂਰੇ ਇਤਿਹਾਸ ਨੂੰ ਦੇਖੀਏ, ਤਾਂ ਸਾਨੂੰ ਕਿਤੇ ਵੀ ਬਾਬਰ ਇਸ ਤਰ੍ਹਾਂ ਨਜ਼ਰ ਨਹੀਂ ਆਉਂਦਾ ਜਿਹਦੇ ਬਾਰੇ ਅਸੀਂ ਇਸ ਤਰ੍ਹਾਂ ਕਹਿ ਸਕੀਏ ਕਿ ਉਹ ਕਿਸੇ ਇਸਲਾਮ ਨੂੰ ਫੈਲਾਉਣ ਆਇਆ ਸੀ, ਉਹਦੇ ਪਿੱਛੇ ਕੋਈ ਧਾਰਮਿਕ ਆਸਥਾ ਸੀ। ਬਾਬਰ ਦਾ ਜਿਹੜਾ ਕੁੱਲ ਇਤਿਹਾਸ ਹੈ ਉਹਦੇ ਵਿੱਚ ਧਰਮ ਨਾਲੋਂ ਜ਼ਿਆਦਾ ਰਾਜ ਕਰਨ ਦੀ ਇੱਛਾ ਸ਼ਾਮਿਲ ਹੈ, ਔਰ ਰਾਜ ਕਰਨ ਦੀ ਇੱਛਾ ਵੀ ਅੰਗਰੇਜ਼ਾਂ ਵਰਗੀ ਨਹੀਂ ਹੈ ਕਿ ਸਾਰੀ ਕਮਾਈ ਲੁੱਟ ਕੇ ਆਪਣੇ ਪਿਛਲੇ ਕਿਸੇ ਦੇਸ਼ ਨੂੰ ਭੇਜਣੀ ਹੈ। ਉਹ ਬਿਲਕੁਲ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਜਿੰਨੇ ਵੀ ਮੁਗਲਿਆ ਸਲਤਨਤ ਦੇ ਬਾਦਸ਼ਾਹ ਬਣੇ ਨੇ, ਔਰੰਗਜ਼ੇਬ ਤੋਂ ਪਹਿਲਾਂ ਉਹਨਾਂ ਦੇ ਉੱਤੇ ਕਿਸੇ ਵੀ ਤੁਸੀਂ ਬਾਦਸ਼ਾਹ ਦੇ ਉੱਤੇ ਐਦਾਂ ਦਾ ਇਲਜ਼ਾਮ ਨਹੀਂ ਲਾ ਸਕਦੇ ਕਿ ਉਹਨੇ ਕਿਸੇ ਕਿਸਮ ਦੀ ਕੱਟੜਤਾ ਦਾ ਸਹਾਰਾ ਲਿਆ ਹੋਵੇ। ਉਹ ਬਿਲਕੁਲ ਉਸੇ ਤਰੀਕੇ ਦੇ ਨਾਲ ਬਿਹੇਵ ਕਰਦੇ ਰਹੇ ਨੇ ਜਿੱਦਾਂ ਦੇ ਰਾਜੇ ਸਾਡੇ ਬਾਕੀ ਦੇ ਕਰਦੇ ਰਹੇ ਨੇ, ਚਾਹੇ ਅਸੀਂ ਉਹਨਾਂ ਨੂੰ ਜਿਵੇਂ ਹਿਮਾਚਲ ਵਾਲੀ ਸਾਈਡ ਵਾਲਿਆਂ ਨੂੰ ਪਹਾੜੀ ਰਾਜੇ ਕਹਿ ਲੈਂਦੇ ਹਾਂ, ਜਾਂ ਅਸੀਂ ਮਰਾਠਾ ਸਾਮਰਾਜ ਦੀ ਸ਼ਕਲ ਦੇ ਵਿੱਚ ਹਿੰਦੁਸਤਾਨ ਦੇ ਦੂਜੇ ਰਾਜਿਆਂ ਦੀ ਗੱਲ ਕਰ ਲੈਂਦੇ ਹਾਂ, ਜਾਂ ਮੈਸੂਰ ਵਾਲੀ ਸਾਈਡ ਦੇ ਉੱਤੇ ਜਾ ਕੇ ਟੀਪੂ ਸੁਲਤਾਨ ਦੀ ਗੱਲ ਕਰ ਲੈਂਦੇ ਹਾਂ। ਇਹ ਅਲੱਗ-ਅਲੱਗ ਕਿਸਮ ਦੇ ਰਾਜੇ ਨੇ। ਇਤਿਹਾਸ ਦੀ ਕੁੜੱਤਣ ਵੀ ਅਸਲ ਦੇ ਵਿੱਚ ਇਤਿਹਾਸਕ ਤੱਥਾਂ ਤੇ ਆਧਾਰਿਤ ਨਹੀਂ, ਬਲਕਿ ਇਤਿਹਾਸ ਦੀ ਤੋੜ ਮਰੋੜ, ਇਤਿਹਾਸ ਨੂੰ ਫਿਰਕਾ ਪ੍ਰਸਤੀ ਦੀ ਰੰਗਤ ਦੇਣ ਦੀ ਨਜ਼ਰ ਦੇ ਵਿੱਚ ਸਾਡੇ ਸਾਹਮਣੇ ਆਈ ਹੈ। ਜੇ ਅਸੀਂ ਇਤਿਹਾਸ ਦੇ ਆਧਾਰ ਦੇ ਉੱਤੇ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਮਿਥ ਕ੍ਰੀਏਟ ਕਰ ਦਿੱਤੀ ਗਈ ਹੈ ਕਿ ਅਕਬਰ ਬੜਾ ਸਹਿਣਸ਼ੀਲ ਰਾਜਾ ਸੀ, ਔਰੰਗਜ਼ੇਬ ਬੜਾ ਕੱਟੜ ਰਾਜਾ ਸੀ, ਪਰ ਦੋਨਾਂ ਨੇ ਕਿਉਂਕਿ ਬਹੁਤ ਲੰਮਾ ਸਮਾਂ ਰਾਜ ਕੀਤਾ, ਔਰ ਦੋਨਾਂ ਦੇ ਇਤਿਹਾਸ ਨੂੰ ਜੇ ਅਸੀਂ ਸਹੀ ਅਰਥਾਂ ਦੇ ਵਿੱਚ ਪੜ੍ਹੀਏ ਤਾਂ ਤੁਹਾਨੂੰ ਅਕਬਰ ਦੇ ਕਈ ਫੈਸਲੇ ਇਦਾਂ ਦੇ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹ
ਇਸਲਾਮਿਕ ਨਜ਼ਰ ਆਉਂਦਾ, ਪਰ ਉਸ ਤੋਂ ਜ਼ਿਆਦਾ ਫੈਸਲੇ ਉਹ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਉਹ ਬਹੁਤ ਉਦਾਰ ਚਿੱਤ ਰਾਜਾ ਨਜ਼ਰ ਆਉਂਦਾ। ਇਸੇ ਤਰ੍ਹਾਂ ਤੁਸੀਂ ਔਰੰਗਜ਼ੇਬ ਦੇ 50 ਸਾਲਾਂ ਦੇ ਸਫ਼ਰ ਦੇ ਵਿੱਚ ਸਾਰੀਆਂ ਘਟਨਾਵਾਂ ਦਾ ਨੂੰ ਇੱਕ ਕ੍ਰਮਵਾਰ ਪੜ੍ਹਨ ਦਾ ਯਤਨ ਕਰੋ ਤਾਂ ਤੁਹਾਨੂੰ ਔਰੰਗਜ਼ੇਬ ਦੇ ਜੀਵਨ ਦੇ ਕੀਤੇ ਹੋਏ ਫੈਸਲਿਆਂ ਦੇ ਵਿੱਚ ਬਹੁਤ ਫੈਸਲੇ ਉਹ ਨਜ਼ਰ ਆਉਣਗੇ ਜਿਨ੍ਹਾਂ ਦੇ ਵਿੱਚ ਉਦਾਰ ਚਿੱਤ ਰਾਜਾ ਔਰ ਬਹੁਤ ਸਾਰੇ ਮੰਦਿਰਾਂ ਨੂੰ ਦਾਨ ਦਿੰਦਾ ਹੋਇਆ ਨਜ਼ਰ ਆਉਂਦਾ, ਬਹੁਤ ਸਾਰੇ ਹਿੰਦੂਆਂ ਨੂੰ ਉਹ ਫਾਇਦਾ ਕਰਦਾ ਹੋਇਆ ਨਜ਼ਰ ਆਉਂਦਾ ਔਰ ਕਈਆਂ ਮਾਮਲਿਆਂ ਦੇ ਵਿੱਚ ਉਹ ਬਹੁਤ ਸਾਰਾ ਤੁਹਾਨੂੰ ਹਿੰਦੂ ਵਿਰੋਧੀ ਨਜ਼ਰ ਆਉਂਦਾ। ਅਸਲ ਦੇ ਵਿੱਚ ਰਾਜੇ ਜੋ ਕੰਮ ਕਰਦੇ ਰਹੇ ਨੇ ਆਪੋ ਆਪਣੇ ਦੌਰ ਦੇ ਵਿੱਚ, ਮੈਂ ਉਹਨਾਂ ਨੂੰ ਧਰਮ ਦੇ ਆਧਾਰ ਤੇ ਪਰਖਣ ਦੀ ਬਜਾਏ ਬਿਲਕੁਲ ਉਹਨਾਂ ਦੇ ਉਸ ਦੌਰ ਦੀ ਪੋਲੀਟੀਕਲ ਸਿਚੁਏਸ਼ਨ ਦੇ ਆਧਾਰ ਦੇ ਉੱਤੇ ਵੇਖਣਾ ਚਾਹੁੰਦਾ। ਬਿਲਕੁਲ ਵੀ ਇਸ ਤਰ੍ਹਾਂ ਤਰੀਕੇ ਨਾਲ ਜਿਵੇਂ ਹੁਣ ਪੇਸ਼ ਕੀਤਾ ਜਾਂਦਾ ਇਤਿਹਾਸ, ਪਹਿਲਾਂ ਤਾਂ ਇਹੀ ਇੱਕ ਆਪਣੇ ਆਪ ਦੇ ਵਿੱਚ ਗਲਤ ਗੱਲ ਹੈ। ਦੂਸਰੀ ਗੱਲ ਆ ਗਈ ਅਯੁੱਧਿਆ ਦੀ। ਅਯੁੱਧਿਆ ਦੇ ਮਾਮਲੇ ਦੇ ਉੱਤੇ ਜਿਹੜੇ ਕੇਸ ਚੱਲ ਰਹੇ ਨੇ, ਦੋ ਤਰ੍ਹਾਂ ਦੇ ਕੇਸ ਨੇ। ਇੱਕ ਕੇਸ ਤਾਂ ਇਹ ਹੈ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ, ਜਿਹੜੇ ਕੇਸ ਦਾ ਸੰਬੰਧ ਇਹ ਹੈ ਕਿ ਇਸ ਧਰਤੀ ਦਾ ਅਸਲ ਦੇ ਵਿੱਚ ਮਾਲਕ ਕੌਣ ਹੈ। ਜਿੱਥੇ ਪਹਿਲਾਂ ਮਸਜਿਦ ਸੀ, ਹੁਣ ਉੱਥੇ ਝੂਠੇ ਜਿਹੇ ਤਰੀਕੇ ਦਾ ਇੱਕ ਮੰਦਿਰ ਉਸਾਰ ਦਿੱਤਾ ਗਿਆ ਵਾ ਜਿਹਦਾ ਕੋਈ ਸੰਬੰਧ ਨਹੀਂ ਹੈ ਔਰ ਉਸ ਮੰਦਿਰ ਨੂੰ ਉਸਾਰਨ ਦੇ ਲਈ ਬਹਾਨਾ ਇਹ ਬਣਾਇਆ ਗਿਆ ਕਿ ਬਹੁਤ ਸਾਲ ਪਹਿਲਾਂ ਰਾਮ ਲੱਲਾ ਜੀ ਉੱਥੇ ਆਪਣੇ ਆਪ ਪ੍ਰਗਟ ਹੋ ਗਏ ਸਨ। ਜੇ ਕਿਸੇ ਨੂੰ ਇਤਿਹਾਸ ਦੇ ਹਵਾਲੇ ਨਾਲ ਜੇ ਵਿਗਿਆਨਕ ਤਰੀਕੇ ਦੇ ਨਾਲ ਸੋਚਣਾ ਆਉਂਦਾ ਹੋਵੇ, ਤੱਥਾਂ ਦੀ ਪੜਤਾਲ ਕਰਨੀ ਹੋਵੇ ਤਾਂ ਘੱਟੋ ਘੱਟ ਮੈਂ ਇਸ ਗੱਲ ਨਾਲ ਐਗਰੀ ਨਹੀਂ ਕਰ ਸਕਦਾ ਔਰ ਕੋਈ ਵੀ ਦੁਨੀਆ ਦਾ ਸਿਆਣਾ ਬੰਦਾ ਐਗਰੀ ਨਹੀਂ ਕਰ ਸਕਦਾ ਕਿ ਉੱਥੇ ਰਾਮ ਲੱਲਾ ਪ੍ਰਗਟ ਹੋਏ ਸਨ। ਦੂਸਰੀ ਗੱਲ, ਰਾਮ ਚੰਦਰ ਮਿਥਿਹਾਸਿਕ ਕਰੈਕਟਰ ਨੇ, ਉਹ ਕੋਈ ਇਤਿਹਾਸ ਦਾ ਕਰੈਕਟਰ ਨਹੀਂ ਹੈ ਕਿ ਇਸ ਬਣਾ ਦੇ ਉੱਤੇ ਅਸੀਂ ਇਹ ਸਾਬਤ ਕਰ ਦਈਏ ਕਿ ਰਾਮ ਚੰਦਰ ਉੱਥੇ ਹੀ ਪੈਦਾ ਹੋਏ ਸਨ। ਇਸ ਕਰਕੇ ਉੱਥੇ ਮਸਜਿਦ ਬਣੀ। ਮੀਰ ਬਾਕੀ ਨੇ ਜਦੋਂ ਬਾਬਰ ਦੇ ਨਾਂ ਦੇ ਉੱਤੇ ਉਸ ਮਸਜਿਦ ਨੂੰ ਕ੍ਰੀਏਟ ਕੀਤਾ, ਉਹ ਬਿਲਕੁਲ ਉਸੇ ਤਰ੍ਹਾਂ ਹੀ ਆ ਜਿੱਦਾਂ ਕੋਈ ਬੰਦਾ ਖੜਾ ਹੋ ਕੇ ਗਾਂਧੀ ਦਾ ਬੁੱਤ ਲਾ ਦਿੰਦਾ, ਕੋਈ ਬੰਦਾ ਆਪਣੇ ਆਪ ਨੂੰ ਭਗਤ ਸਿੰਘ ਦਾ ਵਾਰਿਸ ਕਹਿਣ ਲਈ ਪਾਰਲੀਮੈਂਟ ਦੇ ਵਿੱਚ ਜਾਂ ਪਾਰਲੀਮੈਂਟ ਦੇ ਬਾਹਰ ਭਗਤ ਸਿੰਘ ਦਾ ਬੁੱਤ ਲਵਾ ਦਿੰਦਾ, ਜਾਂ ਪਟੇਲ ਦੀ ਵੱਡੀ ਜਿਹੜੀ ਹੈਗੀ ਉਹ ਬੁੱਤ ਉਸਾਰਨ ਦੀ ਗੱਲ ਕਰ ਦਿੰਦਾ। ਉਸੇ ਤਰੀਕੇ ਦੇ ਨਾਲ ਮੀਰ ਬਾਕੀ ਨੇ ਮਸਜਿਦ ਬਣਾ ਦਿੱਤੀ। ਪਰ ਜੇ ਅੱਜ ਦੀ ਤਰੀਕ ਦੇ ਵਿੱਚ ਅਸੀਂ ਦੇਖੀਏ ਉਹਦਾ ਮਾਲਕ ਕੌਣ ਹੈ, ਕੋਰਟ ਦੇ ਵਿੱਚ ਫੈਸਲਾ ਇਸ ਗੱਲ ਦਾ ਹੋਣਾ, ਨਾ ਕਿ ਇਸ ਗੱਲ ਦਾ ਫੈਸਲਾ ਹੋਣਾ ਕਿ ਉੱਥੇ ਮੰਦਿਰ ਸਹੀ ਹੈ ਕਿ ਮਸਜਿਦ ਸਹੀ ਹੈ। ਪਹਿਲਾ ਕੰਮ ਤਾਂ ਇਹ ਆ ਕਿ ਉਸ ਜ਼ਮੀਨ ਦਾ ਮਾਲਕ ਕੌਣ ਹੈ। 10 ਦੇ ਵਿੱਚ ਜਿਹੜਾ ਫੈਸਲਾ ਆਇਆ ਸੀ ਜਿਹਦੇ ਵਿੱਚ ਇਹ ਕਹਿ ਦਿੱਤਾ ਗਿਆ ਸੀ ਕਿ ਤਿੰਨਾਂ ਲੋਕਾਂ ਨੂੰ ਜਿਹੜੀ ਉਹ ਜ਼ਮੀਨ ਵੰਡ ਦਿੱਤੀ ਜਾਵੇ ਇਹਨਾਂ ਹਿੱਸੇ ਦੇ ਤੌਰ ਦੇ ਉੱਤੇ, ਉਹ ਵੀ ਆਪਣੇ ਆਪ ਦੇ ਵਿੱਚ ਬੜਾ ਇੱਕ ਅਜੀਬ ਤਰ੍ਹਾਂ ਦਾ ਫੈਸਲਾ ਸੀ ਕਿ ਜੇ ਇੱਕ ਥਾਂ ਦੇ ਉੱਤੇ ਕੋਈ ਇੱਕ ਇਮਾਰਤ ਉਸਾਰੀ ਗਈ ਹੈ, ਉਹਦਾ ਮਾਲਕ ਇੱਕ ਹੋਏਗਾ। ਉਸ ਚੀਜ਼ ਨੂੰ ਤੁਸੀਂ ਤਿੰਨਾਂ ਥਾਵਾਂ ਦੇ ਵਿੱਚ ਫੈਸਲਾ ਪੰਚਾਇਤੀ ਤਰੀਕੇ ਦੇ ਨਾਲ ਕਿਵੇਂ ਕਰਵਾ ਸਕਦੇ? ਉਹ ਕਿਸੇ ਦੇ ਬਜ਼ੁਰਗਾਂ ਦੀ ਜਾਇਦਾਦ ਤਾਂ ਹੈ ਨਹੀਂ ਹੈ ਕਿ ਤਿੰਨ ਪੁੱਤਰਾਂ ਦੇ ਵਿੱਚ ਤੁਸੀਂ ਵੰਡ ਕੇ ਉਹਦਾ ਫੈਸਲਾ ਕਰਵਾ ਦਿਓਗੇ। ਹੁਣ ਵੀ ਜੇ ਅਸੀਂ ਗੱਲ ਕਰਦੇ ਹਾਂ ਕਿ ਇਹ ਮਾਮਲਾ ਜਿਹੜਾ ਵਾ ਉਹ ਹਿੰਦੂ ਤੇ ਸਿੱਖ ਮੁਸਲਮਾਨ ਬੈਠ ਕੇ ਵਿਚਾਰ ਲੈਣ ਤਾਂ ਬਿਲਕੁਲ ਬੈਠ ਕੇ ਵਿਚਾਰ ਲੈਣ, ਪਰ ਕੀ ਬੈਠ ਕੇ ਵਿਚਾਰਨ ਨਾਲ ਮਸਲਾ ਹੱਲ ਹੁੰਦਾ? ਮਾਲਕਾਨਾ ਹੱਕ ਨੂੰ ਤੁਸੀਂ ਕਿੱਦਾਂ ਤੈਅ ਕਰੋਗੇ? ਜੇ ਤੁਸੀਂ ਸੁਪਰੀਮ ਕੋਰਟ ਵੀ ਕਹੀ ਜਾਂਦੀ ਹੈ ਕਿ ਇਹ ਹੁਣ ਆਸਥਾ ਦਾ ਮਾਮਲਾ ਵਾ, ਮਾਲਕਾਨਾ ਮਾਮਲਾ ਹੀ ਨਹੀਂ, ਮੈਂ ਤਾਂ ਸਮਝਦਾ ਸੁਪਰੀਮ ਕੋਰਟ ਬਿਲਕੁਲ ਗਲਤ ਤਰ੍ਹਾਂ ਦਾ ਜਿਹੜਾ ਉਹ ਸਾਈਡ ਲੈਣ ਦਾ ਯਤਨ ਕਰ ਰਹੀ ਹੈ ਔਰ ਇਸ ਸਾਈਡ ਲੈਣ ਦੇ ਨਾਲ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਸ਼ਾਂਤੀ ਪੈਦਾ ਨਹੀਂ ਕਰ ਸਕਦੇ। ਸੁਪਰੀਮ ਕੋਰਟ ਦੀ ਜ਼ਿੰਮੇਵਾਰੀ ਹੈ ਇਤਿਹਾਸਕ ਤੱਥਾਂ ਦੇ ਆਧਾਰ ਦੇ ਉੱਤੇ ਉਹਦਾ ਮਾਲਕਾਨਾ ਤੈਅ ਕਰੇ ਔਰ ਮਾਲਕਾਨਾ ਤੈਅ ਹੋਣ ਤੋਂ ਬਾਅਦ ਹਿੰਦੂ ਮੁਸਲਮਾਨ ਰਲ ਕੇ ਇਹ ਤੈਅ ਕਰ ਲੈਣ ਕਿ ਉੱਥੇ ਮੰਦਿਰ ਬਣਨਾ ਚਾਹੀਦਾ, ਕਿ ਉੱਥੇ ਮਸਜਿਦ ਬਣਨਾ ਚਾਹੀਦਾ। ਜਿਵੇਂ ਸਵਾਮੀ ਜੀ ਕਹਿ ਰਹੇ ਨੇ, ਜਿਹੜੇ ਸਾਡੇ ਮੰਤਰੀ ਨੇ ਭਾਰਤੀ ਜਨਤਾ ਪਾਰਟੀ ਦੇ, ਸੁਪਰੀਮ ਕੋਰਟ ਦੇ ਵਿੱਚ ਵੀ ਇਹ ਕਹਿ ਰਹੇ ਨੇ, ਬਾਹਰ ਵੀ ਇਹ ਗੱਲ ਕਹਿ ਰਹੇ ਨੇ ਕਿ ਨਮਾਜ਼ ਦਾ ਕੀ ਆ, ਉਹ ਤਾਂ ਕਿਤੇ ਵੀ ਪੜ੍ਹੀ ਜਾ ਸਕਦੀ ਆ ਪਰ ਮੰਦਿਰ ਇੱਥੇ ਹੀ ਬਣੇਗਾ। ਫਿਰ ਤਾਂ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਮੰਦਿਰ ਵੀ ਇੱਥੇ ਕਿਉਂ ਬਣੇਗਾ? ਫਿਰ ਲੋਕੀ ਇਹ ਵੀ ਸੁਝਾਅ ਦਿੰਦੇ ਨੇ ਕਿ ਇੱਥੇ ਕੋਈ ਸਾਂਝਾ ਵਿਰਾਸਤ ਬਣਾ ਦੇਣੀ ਚਾਹੀਦੀ ਆ, ਮੰਦਿਰ ਵੀ ਬਣ ਜਾਵੇ, ਨਾਲ ਦੀ ਨਾਲ ਇੱਕ ਮਸਜਿਦ ਵੀ ਬਣ ਜਾਵੇ। ਕੁਝ ਲੋਕ ਕਹਿੰਦੇ ਇੱਥੇ ਹਸਪੀਟਲ ਬਣਾ ਦੇਣਾ ਚਾਹੀਦਾ, ਕੋਈ ਕਹਿੰਦੇ ਇੱਥੇ ਬਿਰਧ ਆਸ਼ਰਮ ਬਣਾ ਦੇਣਾ ਚਾਹੀਦਾ, ਪਰ ਕੁਝ ਵੀ ਬਣੇ ਮਾਲਕਾਨਾ ਹੱਕ ਤੈਅ ਹੋਏ ਬਿਨਾਂ ਉਹ ਕੁਝ ਵੀ ਨਹੀਂ ਬਣ ਸਕਦਾ। ਸੁਪਰੀਮ ਕੋਰਟ ਮੇਰੇ ਮੁਤਾਬਕ ਕੋਈ ਬਹੁਤ ਬਿਹਤਰ ਫੈਸਲਾ ਨਹੀਂ ਕਰ ਰਹੀ, ਬੜਾ ਅਜੀਬ ਕਿਸਮ ਦਾ ਫੈਸਲਾ ਕਰ ਰਹੀ ਹੈ ਔਰ ਕੋਰਟ ਕਦੇ ਵੀ ਇਦਾਂ ਦੇ ਫੈਸਲੇ ਨਹੀਂ ਕਰਿਆ ਕਰਦੀ ਜਿਵੇਂ ਸੁਪਰੀਮ ਕੋਰਟ ਕਰ ਰਹੀ ਹੈ। ਔਰ ਜਿਵੇਂ ਪਹਿਲਾਂ 10 ਦੇ ਵਿੱਚ ਇੱਕ ਫੈਸਲਾ ਹਾਈ ਕੋਰਟ ਨੇ ਕੀਤਾ ਇਲਾਹਾਬਾਦ ਦੀ ਨੇ ਕਿ ਜ਼ਮੀਨ ਤਿੰਨਾਂ ਥਾਵਾਂ
ਦੇ ਵਿੱਚ ਵੰਡ ਦੇਵੋ। ਇਹ ਬਜ਼ੁਰਗਾਂ ਦੀ ਵਿਰਾਸਤ ਨਹੀਂ ਹੈ ਕਿ ਭਰਾਵਾਂ ਦੇ ਵਿੱਚ ਇਹਦੀ ਵੰਡ ਕਰ ਦਿੱਤੀ ਜਾਵੇ। ਬਿਲਕੁਲ ਕੋਟਾ ਬਿਲਕੁਲ ਗਲਤ ਤਰੀਕੇ ਦੇ ਨਾਲ ਬਿਹੇਵ ਕਰ ਰਹੀਆਂ ਨੇ। ਦੂਜੀ ਗੱਲ ਮੈਂ ਬਸ 10 ਸੈਕਿੰਡ ਚ ਮੁਕਾ ਦੇਣਾ ਕਿ ਅਗਲਾ ਹਿੱਸਾ ਇਹਦਾ 1992 ਤੋਂ ਬਾਅਦ ਜਿਨ੍ਹਾਂ ਲੋਕਾਂ ਨੇ ਮਸਜਿਦ ਤੋੜੀ ਆ ਕਾਰ ਸੇਵਾ ਦੇ ਨਾਂ ਦੇ ਉੱਤੇ, ਉਹਨਾਂ ਦੇ ਖਿਲਾਫ ਚੱਲਦੇ ਹੋਏ ਕੇਸ ਨੇ। ਉਹਨਾਂ ਦੇ ਵਿੱਚ ਅਡਵਾਨੀ ਸਾਹਿਬ ਵੀ ਆਉਂਦੇ ਨੇ, ਉਹਨਾਂ ਦੇ ਵਿੱਚ ਕਲਿਆਣ ਸਿੰਘ ਵੀ ਆਉਂਦੇ ਨੇ, ਉਹਨਾਂ ਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਵੀ ਆਉਂਦੇ ਨੇ, ਉਹਨਾਂ ਦੇ ਵਿੱਚ ਸ਼ਿਵ ਸੈਨਾ ਦੇ ਹੁਣ ਮਰਹੂਮ ਨੇਤਾ ਜਿਹੜੇ ਨੇ ਠਾਕਰੇ ਸਾਹਿਬ ਉਹ ਵੀ ਆਉਂਦੇ ਨੇ। ਉਹ ਇੱਕ ਅਲੱਗ ਤਰ੍ਹਾਂ ਦਾ ਕੇਸ ਹੈ ਔਰ ਉਸ ਕੇਸ ਨੂੰ ਹਿੰਸਕ ਤੌਰ ਦੇ ਉੱਤੇ, ਆਸਥਾ ਦੇ ਉੱਤੇ ਸੱਟ ਮਾਰਨ ਦੇ ਉੱਤੇ ਉਹਨੂੰ ਵੱਖਰੇ ਤਰੀਕੇ ਦੇ ਨਾਲ ਲੈਣਾ ਚਾਹੀਦਾ। ਕਿਸੇ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉੱਥੇ ਮਸਜਿਦ ਗਿਰਾ ਦਿੱਤੀ ਜਾਂਦੀ। ਹੁਣ ਵੀ ਏਦਾਂ ਨਹੀਂ ਕਹਿ ਸਕਦੇ ਕਿ ਚਲੋ ਜੇ ਗਿਰ ਗਈ ਆ ਤਾਂ ਹੁਣ ਦੁਬਾਰਾ ਨਾ ਬਣਾਈ ਜਾਵੇ। ਇਹ ਉਹ ਲੋਕ ਤੈਅ ਕਰਨਗੇ ਜਿਹੜੇ ਉੱਥੇ ਜਿਨ੍ਹਾਂ ਦਾ ਮਾਲਕਾਨਾ ਉਹਨਾਂ ਨੇ ਉੱਥੇ ਕੀ ਬਣਾਉਣਾ। ਮਾਰਚ 2003 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਆਰਕੀਓਲੋਜੀਕਲ ਸਰਵੇ ਵਾਸਤੇ ਰੈਫਰ ਕੀਤਾ ਸੀ ਕਿ ਇਸ ਜ਼ਮੀਨ ਨੂੰ ਖੋਦ ਕੇ ਦੇਖਿਆ ਜਾਵੇ ਕਿ ਇੱਥੇ ਕਦੀ ਟੈਂਪਲ ਜਾਂ ਮੰਦਿਰ ਹੈਗਾ ਸੀ। ਤੇ ਅਗਸਤ 22 2003 ਚ ASI ਨੇ ਰਿਪੋਰਟ ਸਬਮਿਟ ਕੀਤੀ ਸੀ ਇਲਾਹਾਬਾਦ ਹਾਈ ਕੋਰਟ ਵਿੱਚ, ਜਿਨ੍ਹਾਂ ਨੇ ਇਹ ਆਖਿਆ ਸੀ ਕਿ ਉਹਨਾਂ ਨੂੰ ਇੱਥੋਂ ਮਸਜਿਦ ਦੇ ਥੱਲੇ 10ਵੀਂ ਸੈਂਚੁਰੀ ਦਾ ਮੰਦਿਰ ਹੋਣ ਦੇ ਸਬੂਤ ਮਿਲਦੇ ਨੇ। CP ਸਿੰਘ ਜੀ। ਹਰਪ੍ਰੀਤ ਜੀ ਬਿਲਕੁਲ ਮੈਂ ਮੰਨਦਾ, ਕਿਉਂਕਿ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ, ਬਹੁਤ ਹੀ ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਕਿਤੇ ਨਾ ਕਿਤੇ ਹਰ ਇੱਕ ਬੰਦੇ ਦੀ ਆਸਥਾ ਜੁੜੀ ਹੁੰਦੀ ਹੈ ਔਰ ਆਸਥਾ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਉਹ ਕਿਸੇ ਨਾਲ ਕੰਟਰੇਰੀ ਕਰਦੀ ਹੈ, ਕਿਸੇ ਨਾਲ ਤਣਾਅ ਖੜਾ ਕਰਨ ਦੀ ਗੱਲ ਹੁੰਦੀ ਹੈ, ਉਦੋਂ ਫਿਰ ਜਿਹੜੀਆਂ ਇਦਾਂ ਦੇ ਡਿਸੀਜਨ ਆਉਂਦੇ ਨੇ ਕਿ ਤੁਸੀਂ ਬੈਠ ਕੇ ਗੱਲ ਕਰ ਲਓ, ਤਾਂ ਉਹ ਜਿਹੜੀਆਂ ਚੀਜ਼ਾਂ ਦੀ ਪੋਸੀਬਿਲਿਟੀ ਜਿਹੜੀ ਬਹੁਤ ਔਖੀ ਹੋ ਜਾਂਦੀ ਹੈ। ਕਿਉਂਕਿ 31 ਸਾਲਾਂ ਤੋਂ ਆਲਮੋਸਟ 31 ਸਾਲਾਂ ਤੋਂ ਇਹ ਮੈਟਰ ਚੱਲ ਰਿਹਾ ਹੈ ਔਰ ਤੁਸੀਂ ਦੇਖੋ ਟਾਈਮ ਬਾਈ ਟਾਈਮ ਡਿਫਰੈਂਟ ਡਿਸੀਜਨ ਆਏ ਔਰ ਡਿਸੀਜਨ ਦੇ ਵਿੱਚ ਵੀ ਇਹ ਚੀਜ਼ ਕਹੀ ਗਈ ਕਿ ਬੈਠ ਕੇ ਸਰਬਸੰਮਤੀ ਨਾਲ ਇਸ ਚੀਜ਼ ਦੀ ਗੱਲਬਾਤ ਕੀਤੀ ਜਾਵੇ ਔਰ ਇਸ ਨੂੰ ਹੱਲ ਕਰ ਲਿਆ ਜਾਵੇ। ਪਰ ਮੈਨੂੰ ਲੱਗਦਾ ਹੈ ਪਰਸਨਲੀ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇੱਕ ਮਿਸਾਲ ਪੈਦਾ ਕਰੇਗਾ ਜਾਂ ਨਹੀਂ ਕਰੇਗਾ, ਮੈਨੂੰ ਨਹੀਂ ਲੱਗਦਾ ਕਿ ਕੋਈ ਮਿਸਾਲ ਪੈਦਾ ਹੋਏਗੀ, ਕਿਉਂਕਿ ਇੰਨਾ ਕੁ ਜ਼ਿਆਦਾ ਸੰਵੇਦਨਸ਼ੀਲ ਮਾਮਲਾ ਹੈ ਇਹ। ਜਦੋਂ ਰਿਲੀਜਨ ਵਿੱਚ ਅੜ ਜਾਂਦਾ ਹੈ ਔਰ ਉਦੋਂ ਤੁਸੀਂ ਗੱਲ ਕਰਦੇ ਹੋ ਕਿ ਇਹ ਇੱਥੇ ਰਾਮ ਦਾ ਜਨਮ ਹੋਇਆ ਸੀ ਔਰ ਇਸ ਕਰਕੇ ਇੱਥੇ ਮੰਦਿਰ ਹੀ ਬਣੇਗਾ ਔਰ ਜਿਹੜੀ ਨਮਾਜ਼ ਹੈ ਉਹ ਤੁਸੀਂ ਕਿਤੇ ਵੀ ਬੈਠ ਕੇ ਪੜ੍ਹ ਸਕਦੇ ਹੋ। ਜਦੋਂ ਇਦਾਂ ਦੀਆਂ ਗੱਲਾਂ ਉੱਭਰਦੀਆਂ ਕਿਸੇ ਵੀ ਸੰਗਠਨ ਵੱਲੋਂ, ਉਦੋਂ ਬੈਠ ਕੇ ਗੱਲਬਾਤ ਕਰਨ ਦੀ ਜਿਹੜੀ ਸਿਚੁਏਸ਼ਨ ਆਉਂਦੀ ਹੈ ਉਹ ਪੋਸੀਬਲ ਨਹੀਂ ਹੋ ਪਾਉਂਦੀ। ਹਾਂ, ਇਹਦੇ ਵਿੱਚ ਇੱਕ ਚੀਜ਼ ਜ਼ਰੂਰ ਪੋਸੀਬਲ ਹੋ ਸਕਦਾ ਹੈ, ਜੇ ਕੋਰਟ ਵੱਲੋਂ ਇਹ ਅਲਾਉ ਕਰ ਦਿੱਤਾ ਜਾਵੇ ਕਿ ਉਹਦੇ ਵਿੱਚ ਆਰਬਿਟਰੇਟਰ ਇੱਕ ਬਿਠਾ ਦਿੱਤਾ ਜਾਵੇ ਜਿਹੜਾ ਕਿ ਵਿੱਚ ਬੈਠ ਕੇ ਵਿਚੋਲਗੀ ਦੀ ਭੂਮਿਕਾ ਨਿਭਾਵੇ ਔਰ ਦੋਨਾਂ ਤਰ੍ਹਾਂ ਦੀ ਗੱਲ ਸੁਣੇ। ਪਰ ਉਹਦੇ ਵੀ ਜਿਹੜੇ ਆਸਾਰ ਹੈ ਬਹੁਤ ਹੀ ਜ਼ਿਆਦਾ ਮਿਨੀਮਮ ਹੋ ਜਾਂਦੇ ਆ ਹਰਪ੍ਰੀਤ ਜੀ, ਕਿਉਂਕਿ ਮਾਮਲਾ ਬਹੁਤ ਹੀ ਜ਼ਿਆਦਾ ਸੈਂਸਿਟਿਵ ਹੈ ਔਰ ਦੂਸਰੀ ਸੈਂਸਿਟਿਵਿਟੀ ਤੋਂ ਇਲਾਵਾ ਜਿਹੜਾ ਇਹਦੇ ਵਿੱਚ ਪੋਲਿਟਿਕਸ ਇਨਵੋਲਵਮੈਂਟ ਹੋਈ ਹੈ, ਜਿਹੜਾ ਪੋਲਿਟਿਕਸ ਦਾ ਇਨਫਲੂਐਂਸ ਇਹਦੇ ਵਿੱਚ ਆ ਜਾਂਦਾ ਹੈ ਦੋਨਾਂ ਧਿਰਾਂ ਦੇ ਵਿੱਚ। ਮੈਂ ਇੱਕ ਧਿਰ ਦੀ ਗੱਲ ਨਹੀਂ ਕਰਦਾ, ਹੋ ਸਕਦਾ ਇੱਕ ਧਿਰ ਦੂਜੀ ਧਿਰ ਨਾਲੋਂ ਥੋੜੀ ਹੈਵੀ ਹੋਵੇ, ਲੇਕਿਨ ਕਿਤੇ ਨਾ ਕਿਤੇ ਉਸ ਚੀਜ਼ ਦੀ ਇਨਵੋਲਵਮੈਂਟ ਆ ਕੇ ਇਸ ਚੀਜ਼ ਨੂੰ ਸੋਲਵ ਨਹੀਂ ਹੋਣ ਦਿੰਦੀ। ਔਰ ਜੇ ਗੱਲ ਕੀਤੀ ਜਾਵੇ ਕਿ ਇੱਥੇ ਮੰਦਿਰ ਬਣ ਜੇ ਔਰ ਉਹ ਧਿਰ ਮੰਦਿਰ ਵਾਲੀ ਧਿਰ ਜੇ ਹਾਵੀ ਵੀ ਹੈ ਦੂਸਰੀ ਧਿਰ ਦੇ ਉੱਪਰ, ਪਰ ਕਿਤੇ ਨਾ ਕਿਤੇ ਉਸ ਸਿਚੁਏਸ਼ਨ ਨੂੰ, ਉਸ ਰਾਇਟਸ ਵਾਲੀ ਸਿਚੁਏਸ਼ਨ ਨੂੰ ਸੰਭਾਲਣਾ ਜਿਹੜਾ ਉਹ ਕੰਟਰੀ ਵਾਸਤੇ ਬਹੁਤ ਔਖਾ ਹੋ ਜਾਏਗਾ। ਸੋ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਜਿਹੜਾ ਇਹ ਫੈਸਲਾ ਆਇਆ, ਮੈਨੂੰ ਨਹੀਂ ਲੱਗਦਾ ਕਿ ਇੱਕ ਫੈਸਲਾ ਹੈ, ਇਹ ਤਾਂ ਇੱਕ ਸੁਝਾਅ ਹੈ। ਸੋ ਕਿਤੇ ਨਾ ਕਿਤੇ ਇਹੋ ਜਿਹੇ ਸੁਝਾਅ ਪਹਿਲਾਂ ਵੀ ਰਿਪੀਟ ਹੋ ਚੁੱਕੇ ਨੇ, 2010 ਦੇ ਵਿੱਚ ਵੀ ਆਏ ਸੀ ਜਿਹੜੇ ਕਿ ਅੱਜ ਤੱਕ ਆਲਮੋਸਟ 7 ਸਾਲ ਹੋ ਗਏ ਇੰਪਲੀਮੈਂਟ ਹੀ ਨਹੀਂ ਹੋ ਪਾਏ। तो इस तरह के डिसीजन बिल्कुल भी मैं कहना कोर्ट वालों एनालाइज करके देना चाहिए। नाल उन्होंने एक छोटा जिहा नुकता जरूर रखता कि जे विचोले की लोड़ पई तां असीं विचोलगी निभावांगे। तो मैं तो यही कहूँगा कि जे इदां दी सिचुएशन कोर्ट नूं लगदी है कि विचोले की जरूरत है तो पहले ही एक आर्बिट्रेटर कर दिता जाना चाहिए सीगा। वो आर्बिट्रेटर बैठ के इन्हां नाल गल करे और गल दा कोई रिजल्ट लभे, पर बहुत घट चांसेस ने। मैनूं नहीं लगदा कि इसदा कोई हल आएगा। इस तरह मुद्दा जिहड़ा वो चलदा जाएगा। हिंदू मुसलमान दे विच जिहड़ी टशन चलदी है वो शायद चलदी रहेगी, बट किते ना किते सुप्रीम कोर्ट नूं भी इदां दे फैसले देण तो थोड़ा जा सोचना चाहिए कि जे आर्बिट्रेटर की लोड़ महसूस होंदी है तो पहला ही आर्बिट्रेटर लगा दिता जाए ताकि किते ना किते कोई रिजल्ट ते असीं पहुंच सकीए। दर्शकों मैं भी दस देना चाहता कि जो बाबरी मस्जिद का मुद्दा वा एक काफी पुराना वा। 1859 विच पहली बार यह मुद्दा वेखण नूं मिलिया सी। अजीत जी तुसीं कुछ कहण दी कोशिश कर रहे सी, प्लीज। बिल्कुल हरप्रीत जी, मैं उसे तरह की लाइन ऑफ थॉट ते गल करनी चाहुंदा। शरदीश जी ने जवाब दिता है कि जिहड़ा कुड़त्तण है
ਉਹ ਗਲਤ ਇਤਿਹਾਸ ਦੇ ਨਾਲ ਲਿਖੀ ਜਾ ਸਕਦੀ ਹੈ, ਲਿਖੀ ਹੋਈ ਹੈ, ਗਲਤ ਨੂੰ ਪ੍ਰਸਤੁਤ ਕੀਤਾ ਗਿਆ, ਗਲਤ ਤਰੀਕੇ ਨਾਲ ਇਤਿਹਾਸ ਦੱਸਿਆ ਗਿਆ। ਮੈਂ ਇਹ ਕਹਿਣਾ ਚਾਹੁੰਦਾ ਕਿ ਗਲਤ ਇਤਿਹਾਸ ਦੱਸਿਆ ਗਿਆ ਜਾਂ ਦੱਸਿਆ ਨਹੀਂ ਗਿਆ ਹੈਗਾ, ਠੀਕ ਦੱਸਿਆ ਗਿਆ, ਪਰ ਅਸੀਂ ਸਾਰੀ ਜਨਤਾ ਨੂੰ ਜਿਹਦੇ ਮਨ ਦੇ ਵਿੱਚ ਬਹੁਤ ਵੱਡੇ ਹਿੱਸੇ ਵਿੱਚ ਇਹ ਪਰਸੈਪਸ਼ਨ ਬਣੀ ਹੋਈ ਹੈ, ਉਹਨੂੰ ਯੂਨੀਵਰਸਿਟੀਆਂ ਦੇ ਵਿੱਚ ਸਹੀ ਇਤਿਹਾਸ ਪੜ੍ਹਨ ਵਾਸਤੇ ਦਾਖਲ ਨਹੀਂ ਕਰਾ ਸਕਦੇ ਹੈਗੇ। ਉਸ ਪਰਸੈਪਸ਼ਨ ਨੂੰ ਤੋੜਨ ਵਾਸਤੇ ਜੇ ਕੋਈ ਸੁਹਿਰਦਤਾ ਵਾਲਾ ਰਸਤਾ ਹੋ ਸਕਦਾ ਤਾਂ ਮੇਰਾ ਖਿਆਲ ਹੈ ਉਹ ਵੱਖਰੀ ਹੈ, ਉਹਦੀ ਪੜਚੋਲ, ਉਹਦੇ ਥੀਸਿਸ ਜਿਹੜੇ ਹੈਗੇ, ਇਤਿਹਾਸ ਕੀ ਲਿਖਿਆ ਕੀ ਨਹੀਂ, ਉਹ ਯੂਨੀਵਰਸਿਟੀਆਂ 'ਚ ਬਰਾਬਰ ਚੱਲਦਾ ਰਹੇ। ਪਰ ਜੇ ਲੋਕਾਂ 'ਚ ਸਦਭਾਵਨਾ ਕ੍ਰੀਏਟ ਕਰਨ ਵਾਲੀ ਕੋਈ ਮੂਵ ਬਣਾਈ ਜਾਂਦੀ ਹੈ, ਉਹਨੂੰ ਇਸ ਪ੍ਰੀਟੈਕਸਟ ਤੇ ਕਿ ਯੂਨੀਵਰਸਿਟੀ ਦਾ ਥੀਸਿਸ ਕੀ ਕਹਿੰਦਾ, ਕੀ ਇਤਿਹਾਸ ਸੀ, ਮੇਰੇ ਖਿਆਲ ਇਹ ਕਰਨਾ ਬਹੁਤ ਸੌੜੀ ਸੋਚ ਹੋਏਗੀ ਜਾਂ ਪੋਲੀਟੀਕਲੀ ਮੋਟੀਵੇਟਡ ਹੋਏਗੀ। ਦੂਸਰੀ ਗੱਲ ਇਹ ਹੈ ਕਿ 1526 ਦੇ ਵਿੱਚ ਬਾਬਰ ਆਇਆ ਸੀ ਇੰਡੀਆ ਦੇ ਵਿੱਚ। 1526 ਤੋਂ ਪਹਿਲਾਂ ਰਾਮਚੰਦਰ ਹੋਲੇ ਨੇ, ਕਿ ਜੇ ਰਾਮਚੰਦਰ ਦੀ ਜਨਮ ਭੂਮੀ ਕਹੀ ਜਾਂਦੀ ਹੈ ਤਾਂ ਉਹ ਮਿੱਥ ਹੈ ਜਾਂ ਅਸਲੀਅਤ ਹੈ, ਉਹ ਉਹਨਾਂ ਦਾ ਵਿਸ਼ਵਾਸ ਹੋ ਸਕਦਾ। ਮੇਰੇ ਵਾਸਤੇ ਉਹ ਅਸਲੀਅਤ ਹੈ, ਇਹਨਾਂ ਵਾਸਤੇ ਮਿੱਥ ਹੋ ਸਕਦੀ ਹੈ, ਪਰ ਉਹ ਕੰਟੈਂਸ਼ਨ ਨਹੀਂ ਹੈਗੀ। ਤਾਂ ਉਹ ਪਹਿਲਾਂ ਬਣੀ ਹੋਈ ਸੀ ਬਾਬਰ ਦੇ ਆਉਣ ਤੇ। ਇੱਕ ਚੀਜ਼ ਸਪਸ਼ਟ ਹੈ ਜਿਹੜੀ ਦੂਜੇ ਥਾਂ ਤੇ ਵੀ ਨਿਗਾਹ ਮਾਰ ਸਕਦੇ ਹੋ ਕਿ ਜਿਹੜੇ ਵੀ ਇਸਲਾਮ ਧਰਮ ਵਾਲੇ ਬੰਦੇ ਧਾੜਵੀ ਆਏ ਜਾਂ ਸ਼ਾਸਕ ਆਏ, ਉਹਨਾਂ ਨੇ ਹਿੰਦੂ ਜਿਹੜੇ ਧਾਰਮਿਕ ਸਥਾਨ ਸੀ ਉਹਨਾਂ ਦੀ ਡੀਸਿਕ੍ਰੇਸ਼ਨ ਕਰਕੇ ਆਪਣੀ ਅਥਾਰਟੀ ਨੂੰ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੂੰ ਮਾਨਸਿਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਹਿੰਦੂ ਕਮਿਊਨਿਟੀ ਨੂੰ ਤੁਸੀਂ ਇਹਨੂੰ ਨਹੀਂ ਝੁਠਲਾ ਸਕਦੇ ਜਦ ਤੱਕ ਤੁਸੀਂ ਇੱਕ ਬਾਇਸਡ ਨਹੀਂ ਹੋ ਜਾਂਦੇ। ਇਹ ਅਸਲੀਅਤ ਹੈ। ਇਸੇ ਤਰ੍ਹਾਂ ਦੀ ਮਸਜਿਦ ਮਥੁਰਾ ਦੇ ਵਿੱਚ ਵੀ ਬਣੀ ਹੋਈ ਹੈ ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸੀ। ਕਾਰਨ ਕੀ ਸੀ? ਇਹ ਦੋਵੇਂ ਵੱਡੇ ਰਿਲੀਜੀਅਸ ਆਈਕਨ ਸੀ, ਰਾਮਚੰਦਰ ਤੇ ਕ੍ਰਿਸ਼ਨ ਜੀ। ਉਹਨਾਂ ਦੇ ਅਸਥਾਨਾਂ ਨੂੰ ਆਪਣੇ ਉਹਨਾਂ ਦੇ ਹਿਸਾਬ ਨਾਲ ਡੀਸੀਕ੍ਰੇਟ ਕਰਕੇ ਉਹਨਾਂ ਨੂੰ ਮੋਰਲੀ ਤੋੜਨਾ ਚਾਹੁੰਦੇ ਸੀ ਔਰ ਦਿਖਾਉਣਾ ਚਾਹੁੰਦੇ ਸੀ ਕਿ ਵੀ ਆਰ ਦਾ ਰੂਲਰਸ, ਵੀ ਕੈਨ ਗੋ ਟੂ, ਉਸ ਪੁਆਇੰਟ ਤੱਕ ਅਸੀਂ ਜਾ ਸਕਦੇ ਹਾਂ, ਨਹੀਂ ਤੁਸੀਂ ਨਹੀਂ ਕੁਝ ਕਰ ਸਕਦੇ ਹੈਗੇ। ਤਾਂ ਉਹ ਚੀਜ਼ ਉਹਨਾਂ ਚੀਜ਼ਾਂ ਦੇ ਪ੍ਰਤੀਕ 'ਚ ਬਣੀਆਂ ਹੋਈਆਂ ਨੇ। ਕਹੋ ਜੀ ਅੱਜ ਤੁਸੀਂ ਜਿਹੜਾ ਹੈਗਾ ਉਹਦੀ ਔਰ ਅਸਲੀ ਮੁੱਦਾ ਵੀ ਇਹੀ ਆ, ਜਿਸ ਚੀਜ਼ ਨੂੰ ਜਿਹੜੀ ਹੈਗੀਆਂ ਉਹ ਪਾਰਟੀਆਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਦੋਹੇ ਕਮਿਊਨਿਟੀਆਂ ਨੇੜੇ ਹੋ ਕੇ ਬੈਠਣ, ਉਹ ਇਸ ਕਾਨੂੰਨ ਦੇ ਪੱਖ ਨੂੰ ਕਰਦੀਆਂ ਕਿ ਉਹਦੀ ਜਿਹੜੀ ਮਲਕੀਅਤ ਕਿਵੇਂ ਤੈਅ ਕਰੋਗੇ। ਪਰ ਉੱਥੇ ਇਹ ਵੀ ਤਾਂ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਜਦੋਂ ਤੁਸੀਂ ਨਹੀਂ ਆਇਆ ਸੀ ਬਾਬਰ ਇੱਥੇ, ਉਦੋਂ ਉਹ ਕਿਹਦੀ ਮਲਕੀਅਤ ਸੀ? ਠੀਕ ਹੈ, ਉਦੋਂ ਲੈਂਡ ਰਿਕਾਰਡਸ ਨਹੀਂ ਹੋਣਗੇ, ਲੈਂਡ ਰਿਕਾਰਡਸ ਬਾਅਦ ਚ ਬਣੇ ਨੇ, ਪਰ ਜੇ ਤੁਸੀਂ ਉਸ ਸਦਭਾਵਨਾ ਵਾਲੇ ਰਸਤੇ ਨੂੰ ਚੱਲਣਾ ਹੈ ਤਾਂ ਤੁਸੀਂ ਇਸ ਗੱਲ ਤੇ ਵੀ ਆ ਸਕਦੇ ਹੋ ਕਿ ਉਸ ਤੋਂ ਪਹਿਲਾਂ ਉਹ ਕਿਹਦੀ ਮਲਕੀਅਤ ਸੀ। ਆਰਕੀਓਲੋਜੀਕਲ ਸਰਵੇ ਦੀ ਰਿਪੋਰਟ ਦੀ ਤੁਸੀਂ ਹਵਾਲਾ ਦੇ ਰਹੇ ਹੋ ਕਿ 10ਵੀਂ ਸਦੀ ਦਾ ਮੰਦਿਰ ਉੱਥੇ ਹੈਗਾ ਸੀ, ਤਾਂ ਫਿਰ ਕਿਆ ਜੇ ਇਹ ਕਹਿ ਦੇਣਾ ਕਿ ਹਾਂ ਸਦਭਾਵਨਾ ਦੇ ਤੌਰ ਤੇ ਇੱਕ ਕਮਿਊਨਿਟੀ ਨੂੰ, ਉੱਥੇ ਮੁਸਲਮਾਨ ਕਮਿਊਨਿਟੀ ਨੂੰ ਪਿੱਛੇ ਹਟ ਜਾਣਾ ਚਾਹੀਦਾ ਹੈ, ਤਾਂ ਕਿਆ ਉੱਥੇ ਕੀ ਉਸ ਚੀਜ਼ ਨੂੰ ਉਹਦੀ 2.5 ਏਕੜ ਜਾਂ 2.25 ਏਕੜ ਜ਼ਮੀਨ ਦੇ ਉੱਤੇ ਜਿਹੜੇ ਮਲਕੀਅਤ ਹੈ ਉਹਦੇ ਆਧਾਰ ਬਣਾ ਕੇ ਮੁਲਕ ਦੇ ਵਿੱਚ ਪਾੜਾ ਵਧਾਉਣ ਦਾ ਜਿਹੜੀ ਯਤਨ ਹੈ ਉਹਨਾਂ ਨੂੰ ਜਾਇਜ਼ ਠਹਿਰਾਇਆ ਜਾ ਸਕਦਾ। ਇਹਦੀ ਮਿਸਾਲ ਇੱਕ ਪਾਕਿਸਤਾਨ ਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਂ ਤੇ ਬਹੁਤ ਵੱਡੀ ਜ਼ਮੀਨ ਉੱਥੇ ਲੱਗੀ ਹੋਈ ਸੀ, ਲੋਕ ਉੱਥੇ ਕਿੰਨੀ ਦੇਰ ਤੋਂ ਖੇਤੀ ਕਰਦੇ ਸੀ, ਉਹ ਕੋਈ ਮਾਮਲਾ ਨਹੀਂ ਸੀ ਦਿੰਦੇ। ਉਹਨਾਂ ਨੇ ਪਟੀਸ਼ਨ ਪਾਤੀ ਸੀ ਸੁਪਰੀਮ ਕੋਰਟ ਦੇ ਵਿੱਚ ਉੱਥੇ ਕਿ ਇਹ ਜ਼ਮੀਨ ਅਸੀਂ ਇੰਨੇ ਦੇਰ ਤੋਂ ਵਾਹੁੰਦੇ ਆ, ਕੋਈ ਮਾਮਲਾ ਨਹੀਂ, ਗਿਰਦਾਵਰੀਆਂ ਸਾਡੇ ਨਾਂ ਤੇ ਆ, ਪਰ ਇਹਦੀ ਮਲਕੀਅਤ ਹੱਕ ਸਾਡੇ ਵਿੱਚ ਬੋਲਿਆ ਜਾਵੇ, ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਤੋਂ ਤੋੜ ਕੇ ਇਹ ਸਾਡੇ ਨਾਂ ਤੇ ਕੀਤਾ ਜਾਵੇ। ਉੱਥੇ ਵੀ ਜੱਜ ਨੇ ਉਹਨਾਂ ਨੂੰ ਸਮਝਾਇਆ ਸੀ ਕਿ ਇਹੋ ਜਿਹੇ ਵਲੀ ਅਹਿਦ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੈ, ਇਹਨਾਂ 'ਚੋਂ ਅਰਦਾਸ ਕਰਦੇ ਨੇ ਲੋਕੀ, ਤੁਸੀਂ ਇਹ ਕੀ ਕੰਮ ਕਰਨ ਜਾ ਰਹੇ ਹੋ? ਇਹ ਇੱਕ ਨਵੀਂ ਕੁੜੱਤਣ ਨੂੰ ਜਨਮ ਦੇਣ ਵਾਲਾ ਫੈਸਲਾ। ਪਰ ਉਹ ਲੋਕਾਂ 'ਚ ਇੰਨੀ ਕੁ ਉਦਾਰਤਾ ਹੈਗੀ ਸੀ, ਉਹਨਾਂ ਨੇ ਜੱਜ ਨੂੰ ਕਿਹਾ ਕਿ ਅਸੀਂ ਆਪਣੀ ਗਲਤੀ ਸਮਝ ਗਏ ਹਾਂ ਤੇ ਤੁਸੀਂ ਇਹਨੂੰ ਜਿਉਂਦੇ ਤਿਉਂ ਰਹਿਣ ਦਿਓ। ਔਰ ਉਸ ਫੈਸਲੇ ਨੂੰ ਬੜਾ ਲੈਂਡਮਾਰਕ, ਬਹੁਤ ਹੀ ਇੱਕ ਸਦਭਾਵਨਾ ਵਰਿਆ ਫੈਸਲਾ ਜੱਜ ਵੱਲੋਂ ਵੀ ਤੇ ਉਹਨਾਂ ਲੋਕਾਂ ਵੱਲੋਂ ਜਿਨ੍ਹਾਂ ਨੇ ਕੋਰਟ 'ਚ ਕੇਸ ਪਾਇਆ ਸੀ ਤੇ ਜੱਜ ਦੇ ਕਹਿਣ ਤੇ ਵਾਪਸ ਲੈ ਲਿਆ ਸੀ, ਮੰਨਿਆ ਜਾਂਦਾ ਹੈ। ਉੱਥੇ ਸਦਭਾਵਨਾ ਦਾ ਆਧਾਰ ਬਣਿਆ ਹੈ। ਪਰ ਪੰਜਾਬ ਦੇ, ਹਿੰਦੁਸਤਾਨ ਦੇ ਵਿੱਚ ਕਿਉਂਕਿ ਕੁਝ ਪੋਲੀਟੀਕਲ ਪਾਰਟੀਆਂ ਉਹ ਚਾਹੁੰਦੀਆਂ ਨੇ ਕਿ ਇਹ ਕੁੜੱਤਣ ਬਣੀ ਰਹੇ ਤੇ ਅਸੀਂ ਵੋਟ ਬੈਂਕ ਕ੍ਰੀਏਟ ਕਰਦੇ ਰਹੇ,
ਉਹਨੂੰ ਪਾਸੇ ਰੱਖ ਕੇ ਸਦਭਾਵਨਾ ਦੇ ਆਧਾਰ ਤੇ ਫੈਸਲਾ ਹੋਣ ਤੋਂ ਉਹਨਾਂ ਨੇ ਪਹਿਲਾਂ ਵੀ ਅੜਚਣਾ ਪਾਈਆਂ, ਅੱਜ ਵੀ ਪਾਉਂਦੇ ਨੇ। ਤੇ ਕੁਝ ਜਿਹੜੇ ਇਹ ਜੀ ਫਿਲਾਸਫੀ ਵਾਲੇ ਕਿ ਇਹ ਇਤਿਹਾਸ ਗਲਤ ਲਿਖਿਆ ਗਿਆ ਹੈ, ਏਦਾਂ ਹੋਇਆ, ਇਹ ਇਤਿਹਾਸ ਗਲਤ ਯੂਨੀਵਰਸਿਟੀਆਂ 'ਚ ਦੇਖੇ ਜਾਂਦੇ ਨੇ, ਪਰ ਕਰੋੜਾਂ ਲੋਕਾਂ ਦੀ ਜਿਹੜੀ ਪਰਸੈਪਸ਼ਨ ਹੈ ਤੁਸੀਂ ਉਹਨੂੰ ਸਿਰਫ ਕਿਸੇ ਯੂਨੀਵਰਸਿਟੀ ਦੇ ਥੀਸਿਸ ਨਾਲ ਨਹੀਂ ਬਦਲ ਸਕਦੇ ਹੈਗੇ, ਤੇ ਨਾ ਹੀ ਸਦਭਾਵਨਾ ਕ੍ਰੀਏਟ ਕਰ ਸਕਦੇ ਨੇ। ਮੇਰੇ ਖਿਆਲ ਹੈ ਇਹ ਸੋਚਣਾ ਇੱਕ ਕਿ ਅਸੀਂ ਉਸੇ ਚੀਜ਼ ਨੂੰ ਇੱਕ ਉਸ ਇਸ਼ੂ ਨੂੰ ਖੜਾ ਰੱਖਣਾ ਜਿਹੜਾ ਲੋਕਾਂ 'ਚ ਕੁੜੱਤਣ ਪੈਦਾ ਕਰ ਸਕਦਾ ਹੈ, ਇਸ ਤੋਂ ਵੱਡੀ ਇੱਕ ਤੰਗ ਨਜ਼ਰੀ ਤੇ ਕਮੀਨੀ ਗੱਲ ਨਹੀਂ ਹੋ ਸਕਦੀ। ਸਬਦੀਪ ਜੀ, ਤੁਹਾਡੇ ਤੇ ਵਾਪਸ ਆਉਂਗਾ। ਤੁਸੀਂ ਹੁਣੇ ਜੋ ਆਪਣੇ ਕਮੈਂਟ ਦਿੱਤੇ, ਅਜੀਤ ਜੀ ਨੇ ਕਾਊਂਟਰ ਵੀ ਕੀਤਾ, ਤੁਸੀਂ ਜਵਾਬ ਵੀ ਦੇਣੇ ਚਾਹੁੰਦੇ ਹੋਗੇ, ਪਰ ਇੱਕ ਗੱਲ ਤੇ ਜੋ ਆਰਕੀਓਲੋਜੀਕਲ ਸਰਵੇ ਚ ਵੀ ਸਾਹਮਣੇ ਆਇਆ ਵਾ, ਨਾਲ ਜੋ ਇਤਿਹਾਸ ਜਾਂ ਜਿੰਨੇ ਕਿ ਹਿਸਟੋਰੀਕਲ ਫੈਕਟ ਸਾਡੇ ਕੋਲ ਹੈਗੇ ਨੇ, ਉਤੋਂ ਵੀ ਇਹ ਪਤਾ ਲੱਗਦਾ ਵਾ ਕਿ ਜੋ ਮੁਸਲਿਮ ਰੂਲਰ ਸੀ ਉਹਨਾਂ ਨੇ ਕਿਤੇ ਨਾ ਕਿਤੇ ਹਿੰਦੂ ਮੰਦਿਰਾਂ ਨੂੰ, ਹਿੰਦੂ ਸਮਾਰਕਾਂ ਨੂੰ ਉਹ ਢਾਹ ਕੇ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੀ ਤੁਸੀਂ ਉਹਨੂੰ ਵੀ ਨਕਾਰਦੇ ਜੋ? ਮੈਂ ਹਰਪ੍ਰੀਤ ਜੀ ਬਿਲਕੁਲ ਵੀ ਇਹ ਗੱਲ ਨਹੀਂ ਕਹਿ ਰਿਹਾ ਕਿ ਮੈਂ ਇਸ ਗੱਲ ਨੂੰ ਨਕਾਰਦਾ। ਮੈਂ ਇਸ ਗੱਲ ਨੂੰ ਬਿਲਕੁਲ ਕਲੀਅਰਲੀ ਇਹ ਗੱਲ ਕਹਿਣਾ ਕਿ ਜਦੋਂ ਦੇਸ਼ ਦੇ ਵਿੱਚ ਮੁਗਲ ਆਏ, ਉਹਨਾਂ ਨੇ ਰਾਜ ਸਥਾਪਿਤ ਕੀਤਾ, ਮੁਗਲਾਂ ਦਾ ਇੱਕ ਪਰਿਵਾਰ ਹੀ ਆਇਆ ਵਾ, ਮੁਗਲਾਂ ਦੀ ਕੋਈ ਬਹੁਤ ਵੱਡੀ ਗਿਣਤੀ ਨਹੀਂ ਆਈ, ਬਾਕੀ ਸਾਰੇ ਦੇ ਸਾਰੇ ਮੁਸਲਮਾਨ ਹਿੰਦੁਸਤਾਨ ਤੋਂ ਹੀ ਪੈਦਾ ਹੋਏ ਨੇ। ਪਰ ਮਸਲਾ ਸਿਰਫ ਇਸ ਤਰੀਕੇ ਨਾਲ ਸੋਚਣ ਜਾਂ ਵਿਚਾਰਨ ਦਾ ਹੈ। ਅਸਲ ਦੇ ਵਿੱਚ ਅੰਗਰੇਜ਼ਾਂ ਨੇ ਜਿਸ ਤਰੀਕੇ ਦੇ ਨਾਲ ਹਿੰਦੁਸਤਾਨੀਆਂ ਨੂੰ ਸੋਚਣ ਲਾ ਦਿੱਤਾ, ਜਿਵੇਂ ਉਹਨਾਂ ਨੇ ਤਰੀਕੇ ਨਾਲ ਭਾਰਤ ਦੇ ਇਤਿਹਾਸ ਦੀ ਵੰਡ ਕੀਤੀ ਕਿ ਇੱਕ ਹਿੱਸਾ ਹਿੰਦੂ ਪੀਰੀਅਡ ਆ, ਦੂਜਾ ਹਿੱਸਾ ਮੁਗਲ ਪੀਰੀਅਡ ਆ, ਤੀਜਾ ਹਿੱਸਾ ਆਧੁਨਿਕ ਪੀਰੀਅਡ ਆ। ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਇੱਥੇ ਅੰਗਰੇਜ਼ ਆਏ ਨੇ, ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਇੱਥੇ ਈਸਾਈ ਆਏ ਨੇ, ਪਰ ਜਦੋਂ ਬਾਬਰ ਆ ਜਾਂਦਾ ਤੇ ਅਸੀਂ ਕਹਿ ਦਿੰਦੇ ਹਾਂ ਕਿ ਮੁਗਲ ਆਏ ਸਨ। ਫਿਰ ਅਸੀਂ ਇਹ ਕਿਉਂ ਨਹੀਂ ਕਹਿੰਦੇ ਜਦੋਂ ਅੰਗਰੇਜ਼ ਰਾਜ ਆਇਆ ਤੇ ਅਸੀਂ ਉਦੋਂ ਇਹ ਕਿਉਂ ਨਹੀਂ ਕਹਿੰਦੇ ਕਿ ਈਸਾਈ ਆ ਗਏ ਨੇ, ਈਸਾਈ ਆ ਕੇ ਸਾਡੇ ਉੱਤੇ ਰਾਜ ਕਰਕੇ ਗਏ ਨੇ? ਅਸੀਂ ਹਮੇਸ਼ਾ ਕਹਿੰਦੇ ਕਿ ਬ੍ਰਿਟਿਸ਼ ਰੂਲ ਰਿਹਾ ਇੰਡੀਆ ਦੇ ਉੱਤੇ। ਅਸੀਂ ਕਦੇ ਵੀ ਇਸ ਤਰੀਕੇ ਦੇ ਨਾਲ ਪੇਸ਼ ਨਹੀਂ ਕੀਤਾ ਕਿ ਸਾਡੇ ਦੇਸ਼ ਦੇ ਉੱਤੇ ਈਸਾਈਆਂ ਦਾ ਰਾਜ ਹੋਇਆ। ਦੂਸਰੀ ਗੱਲ ਇਹ ਬਿਲਕੁਲ ਸਪਸ਼ਟ ਹੈ ਕਿ ਜਦੋਂ ਵੀ ਕਿਸੇ ਧਾਰਮਿਕ ਆਸਥਾ ਕਿਸੇ ਦੀ ਵੱਧਦੀ ਆ, ਉਹਦੇ ਨਾਲ ਜੁੜੇ ਹੋਏ ਲੋਕਾਂ ਦੇ ਧਾਰਮਿਕ ਅਸਥਾਨ ਬਣਾਏ ਜਾਂਦੇ ਨੇ। ਉਹਨਾਂ ਧਾਰਮਿਕ ਅਸਥਾਨਾਂ ਦੇ ਵਿੱਚ ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਰਹਿ ਜਾਂਦੀ ਹੈ ਕਿ ਜਿਹੜੇ ਲੋਕ ਪਹਿਲਾਂ ਤੋਂ ਉੱਥੇ ਵੱਸਦੇ ਨੇ, ਉਹਨਾਂ ਦੇ ਬਣੇ ਹੋਏ ਧਾਰਮਿਕ ਅਸਥਾਨਾਂ ਦੀ ਤੋੜ ਭੰਨ ਵੀ ਕੀਤੀ ਜਾਂਦੀ ਹੈ। ਕਸ਼ਮੀਰ ਦੇ ਵਿੱਚ ਹੁਣ ਵੀ ਬਥੇਰੇ ਮੰਦਿਰ ਤੋੜੇ ਗਏ ਨੇ, ਉੱਥੇ ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਤੇ ਬਹੁਤ ਤਾਜ਼ੀ ਘਟਨਾ ਵਾ। ਬਾਬਰੀ ਮਸਜਿਦ ਵੀ ਇਸੇ ਤਰ੍ਹਾਂ ਹੀ ਤੋੜੀ ਗਈ ਹੈ ਇੱਕ ਧਰਮ ਦੀ ਆਸਥਾ ਰੱਖਣ ਵਾਲਿਆਂ ਦੇ ਨਾਲੋਂ। ਪਰ ਮਜ਼ੇਦਾਰ ਗੱਲ ਇਹ ਹੈ ਕਿ ਜਦੋਂ ਅਸੀਂ ਦੇਸ਼ ਦੇ ਵਿੱਚ ਸਦਭਾਵਨਾ ਦੀ ਗੱਲ ਕਰਦੇ ਹਾਂ, ਅਸੀਂ ਸਿਰਫ ਇਸ ਸਦਭਾਵਨਾ ਦਾ ਇੱਕੋ ਇੱਕ ਅਰਥ ਕੱਢਦੇ ਆ ਕਿ ਮੁਸਲਮਾਨ ਆਪਣੀ ਮਸਜਿਦ ਹੋਰ ਕਿਤੇ ਉਸਾਰ ਲੈਣ ਤੇ ਇਹਦੇ ਨਾਲ ਦੇਸ਼ ਦੇ ਵਿੱਚ ਬੜੀ ਸਦਭਾਵਨਾ ਪੈਦਾ ਹੋ ਜਾਵੇਗੀ। ਜੇ ਹਿੰਦੂ ਕਿਤੇ ਹੋਰ ਥਾਂ ਤੇ ਮੰਦਿਰ ਉਸਾਰ ਲੈ ਲੈਣ, ਫਿਰ ਇਹ ਸਾਡੀ ਆਸਥਾ ਦਾ ਸਵਾਲ ਹੈ। ਇਹ ਮਤਲਬ ਕਿੱਦਾਂ ਦੀ ਆਸਥਾ ਵਾ ਕਿ ਦੂਸਰੇ ਲਈ ਸੁਝਾਅ ਵਾ ਪਰ ਸਾਡੀ ਆਸਥਾ ਫਾਈਨਲ ਹੈ, ਸਾਡੀ ਆਸਥਾ ਨੂੰ ਨਹੀਂ ਤੋੜਿਆ ਜਾ ਸਕਦਾ। ਗੁਰੂ ਨਾਨਕ ਇਤਿਹਾਸਕ ਕਿਰਦਾਰ ਨੇ, ਉਹਨਾਂ ਦੇ ਨਾਲ ਦੇ ਨਾਂ ਤੇ ਉਸਾਰੇ ਗਏ ਗੁਰਦੁਆਰੇ ਨੂੰ ਕੋਈ ਕਿਸੇ ਨੇ ਜ਼ਮੀਨ ਮੁਹੱਈਆ ਕੀਤੀ, ਉਹਦੀ ਰਜਿਸਟਰੀ ਉਸ ਤਰੀਕੇ ਦੇ ਨਾਲ ਕਰਵਾ ਦਿੱਤੀ। ਇਹ ਇੱਕ ਫੈਕਟ ਆ, ਹਿਸਟੋਰੀਕਲ ਫੈਕਟ ਆ। ਇਹਨੂੰ ਤੁਸੀਂ ਰਾਮਚੰਦਰ ਤੇ ਕ੍ਰਿਸ਼ਨ ਦੇ ਨਾਲ ਜੋੜ ਕੇ ਨਹੀਂ ਦੇਖ ਸਕਦੇ, ਜਿਹੜੇ ਹਿਸਟੋਰੀਕਲ ਕਰੈਕਟਰ ਨਹੀਂ ਆ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਭਾਰਤ ਦੇ ਬਹੁਤ ਵੱਡੇ ਵੱਡੇ ਦਾਰਸ਼ਨਿਕ ਜਿਹੜੇ ਹਿੰਦੂ ਆਸਥਾ ਵੀ ਰੱਖਦੇ ਸੀ, ਰਾਧਾ ਕ੍ਰਿਸ਼ਨ ਵਰਗੇ, ਰਜਿੰਦਰ ਪ੍ਰਸਾਦ ਵਰਗੇ, ਜਿਹੜੇ ਬਿਲਕੁਲ ਵੀ ਲੈਫਟ ਨਹੀਂ ਸੀ, ਬਿਲਕੁਲ ਵੀ ਮਾਰਕਸਿਸਟ ਨਹੀਂ ਸੀ, ਈਵਨ ਉਹ ਆਸਥਾ ਦੇ ਤੌਰ ਦੇ ਉੱਤੇ ਵੀ ਹਿੰਦੂ ਹੀ ਸਨ, ਉਹ ਵੀ ਇਹਨੂੰ ਮਿਥਿਹਾਸ ਦੀ ਸ਼ਕਲ ਦੇ ਵਿੱਚ ਹੀ ਵੇਖਦੇ ਨੇ। ਹੁਣ ਤੁਸੀਂ ਇਹ ਕਹੋ ਕਿ ਇਤਿਹਾਸ ਤੇ ਮਿਥਿਹਾਸ ਦੇ ਵਿੱਚ ਨਿਖੇੜਾ ਤਾਂ ਵਿਦਵਾਨਾਂ ਦਾ ਕੰਮ ਆ ਕਰਨਾ, ਆਸਥਾ ਵਾਲੇ ਲੋਕ ਕੀ ਕਰਨ? ਫਿਰ ਆਸਥਾ ਵਾਲੇ ਲੋਕਾਂ ਦੀ ਮਰਜ਼ੀ ਦੇ ਨਾਲ ਦੂਸਰੀ ਆਸਥਾ ਵਾਲੇ ਵੀ ਸਦਭਾਵਨਾ ਦੇ ਨਾਂ ਦੇ ਉੱਤੇ ਆਪਣੀ ਆਸਥਾ ਕਿਵੇਂ ਛੱਡ ਦੇਣਗੇ? ਸਵਾਲ ਇਹਨਾਂ ਦੋ ਚੀਜ਼ਾਂ ਨੂੰ ਸਮਝਣ ਦਾ ਵਾ। ਮੇਰੀ ਆਸਥਾ ਆਸਥਾ ਹੈ, ਤੁਹਾਡੀ ਆਸਥਾ ਆਸਥਾ ਨਹੀਂ ਹੈ। ਇਸ ਤਰੀਕੇ ਦੇ ਨਾਲ ਤਾਂ ਦੇਸ਼ ਦੇ ਵਿੱਚ ਕੋਈ ਸਦਭਾਵਨਾ ਨਹੀਂ ਪੈਦਾ ਕੀਤੀ ਜਾ ਸਕਦੀ। ਆਸਥਾ ਦਾ ਅਰਥ ਇਹੀ ਬਣ ਸਕਦਾ, ਔਰ ਸਦਭਾਵਨਾ ਜੇ ਸੱਚਮੁੱਚ ਦਿਖਾਉਣੀ ਹੈ ਤਾਂ ਫਿਰ ਇਹਦਾ ਮਤਲਬ ਇਹ ਨਹੀਂ ਹੈ
ਕਿ ਮੁਸਲਮਾਨ ਹੋਰ ਕਿਤੇ ਨਮਾਜ਼ ਪੜ੍ਹ ਲੈਣ ਤੇ ਸਾਨੂੰ ਰਾਮ ਲੱਲਾ ਦਾ ਮੰਦਿਰ ਬਣਾਉਣ ਦੀ ਆਗਿਆ ਦਿੱਤੀ ਜਾਵੇ, ਜਿੱਥੇ ਰਾਮ ਲੱਲਾ ਜੀ ਆਪਣੇ ਆਪ ਪਤਾ ਨਹੀਂ ਕਿਵੇਂ ਪ੍ਰਗਟ ਹੋ ਗਏ ਸਨ। ਇਸ ਕਰਕੇ ਕਿਉਂਕਿ ਉਹ ਆਪੇ ਪ੍ਰਗਟ ਹੋ ਗਏ ਸਨ, ਉਹਨਾਂ ਨੇ ਆਪਣਾ ਹੱਕ ਜਤਾ ਦਿੱਤਾ ਵਾ, ਇਸ ਕਰਕੇ ਮਸਜਿਦ ਉੱਥੇ ਨਹੀਂ ਰਹਿ ਸਕਦੀ। ਜੇ ਐਦਾਂ ਦੀ ਆਸਥਾ ਨੂੰ ਆਸਥਾ ਕਹਿੰਦੇ ਹੋ ਤਾਂ ਫਿਰ ਮੈਂ ਇਸ ਕਿਸਮ ਇਹਨੂੰ ਆਸਥਾ ਨਹੀਂ ਮੰਨਦਾ। ਇਹ ਇੱਕ ਪੋਲਿਟਿਕਸ ਆ, ਔਰ ਇੱਕ ਧਰਮ ਦੇ ਖਿਲਾਫ ਦੂਜੇ ਧਰਮ ਦੇ ਨਾਂ ਦੇ ਉੱਤੇ ਕੀਤੀ ਜਾ ਰਹੀ ਪੋਲਿਟਿਕਸ ਆ। ਔਰ ਇਹਦੇ ਵਿੱਚ ਅਜੀਤ ਜੀ ਨੇ ਪਹਿਲੇ ਹਿੱਸੇ ਦੇ ਵਿੱਚ ਇੱਕ ਵਧੀਆ ਗੱਲ ਜ਼ਰੂਰ ਕੀਤੀ ਸੀ ਕਿ ਇਹ ਜਿਹੜੇ ਇੱਕੋ ਇੱਕ ਕਮਿਊਨਿਟੀ ਆ ਜਿਹਦਾ ਇਹਨੂੰ ਫਾਇਦਾ ਹੋਣਾ ਵਾ ਇਸ ਵਿਵਾਦ ਦਾ, ਉਹ ਕਮਿਊਨਿਟੀ ਹੈ ਪੋਲੀਟੀਕਲ ਕਮਿਊਨਿਟੀ। ਔਰ ਉਹ ਪੋਲੀਟੀਕਲ ਕਮਿਊਨਿਟੀ ਅਵੈਸੀ ਦੀ ਸ਼ਕਲ ਦੇ ਵਿੱਚ ਵੀ ਆ, ਉਹ ਪੋਲੀਟੀਕਲ ਜਿਹੜੀ ਹੈਗੀ ਕਮਿਊਨਿਟੀ ਆ ਉਹ ਹੁਣ ਆਦਿੱਤਿਆਨਾਥ ਯੋਗੀ ਦੀ ਸ਼ਕਲ ਦੇ ਵਿੱਚ ਵੀ ਯੂਪੀ ਦੇ ਵਿੱਚ ਕਾਬਜ਼ ਹੋ ਚੁੱਕੀ ਹੈ। ਔਰ ਇਸ ਤਰੀਕੇ ਦੇ ਨਾਲ ਇਹ ਜਿਹੜੀ ਇਹਨਾਂ ਲੋਕਾਂ ਦੀ ਆਸਥਾ ਨੂੰ ਮੈਂ ਆਸਥਾ ਦੇ ਤੌਰ ਤੇ ਨਹੀਂ ਵੇਖਣਾ ਚਾਹੁੰਦਾ। ਮੈਨੂੰ ਪਤਾ ਕਿ ਹਿੰਦੂਆਂ ਦੀ ਬਹੁਤ ਆਸਥਾ ਵਾ, ਕ੍ਰਿਸ਼ਨ ਦੇ ਵਿੱਚ ਵੀ, ਰਾਮਚੰਦਰ ਦੇ ਵਿੱਚ ਵੀ, ਪਰ ਮੈਨੂੰ ਇਹ ਵੀ ਪਤਾ ਵਾ ਕਿ ਮੁਸਲਮਾਨਾਂ ਦੀ ਵੀ ਇੱਕ ਬਹੁਤ ਵੱਡੀ ਆਸਥਾ ਵਾ। ਕੱਲ ਨੂੰ ਜੇ ਕਿਸੇ ਜਗ੍ਹਾ ਦੇ ਉੱਤੇ ਕਿਸੇ ਗੁਰਦੁਆਰੇ ਦੇ ਥੱਲੇ 10ਵੀਂ ਸਦੀ ਦਾ 8ਵੀਂ ਸਦੀ ਦਾ ਕੋਈ ਮੰਦਿਰ ਆ ਜੇ, ਕੀ ਦੇਸ਼ ਦੇ ਸਿੱਖ ਇਸ ਗੱਲ ਦੀ ਆਗਿਆ ਦੇ ਦੇਣਗੇ ਕਿ ਉੱਥੋਂ ਗੁਰਦੁਆਰਾ ਢਾਹ ਦਿੱਤਾ ਜਾਣਾ ਚਾਹੀਦਾ? ਮੇਰਾ ਨਹੀਂ ਖਿਆਲ ਇਸ ਗੱਲ ਦੀ ਆਗਿਆ ਸਿੱਖ ਭਾਈਚਾਰਾ ਕਦੇ ਵੀ ਦੇਵੇਗਾ। ਇਸ ਕਰਕੇ ਇਹ ਗੱਲ ਇਕੱਲੇ ਮੁਸਲਮਾਨਾਂ ਤੇ ਵੀ ਕਿਉਂ ਅਸੀਂ ਅਪਲਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਦੂਸਰੀ ਗੱਲ ਅਜੀਤ ਜੀ, ਮੇਰੀ ਗੱਲ ਦਾ ਬਿਲਕੁਲ ਗੁੱਸਾ ਨਾ ਕਰਿਓ, ਤੁਸੀਂ ਇੱਕ ਤੋਂ ਵੱਧ ਵਾਰ ਇਹ ਕਹਿ ਦਿੰਦੇ ਹੋ ਕਿ ਇਹ ਤਾਂ ਥੀਸਿਸ ਆ, ਇਹ ਤੇ ਅਕਾਦਮਿਕ ਕਿਸਮ ਦੀ ਬਹਿਸ ਆ। ਮੈਂ ਇਸ ਗੱਲ ਤੇ ਹੈਰਾਨ ਹਾਂ, ਉਮਰ ਦੇ ਵਿੱਚ ਤੁਸੀਂ ਸਾਡੇ ਸਾਰਿਆਂ ਨਾਲੋਂ ਸਿਆਣੇ ਹੋ, ਪਰ ਤੁਸੀਂ ਗਿਆਨ ਨੂੰ ਅਕਾਦਮਿਕਤਾ ਦਾ ਨਾਂ ਦੇ ਕੇ, ਯੂਨੀਵਰਸਿਟੀ ਦੇ ਥੀਸਿਸ ਦਾ ਨਾਂ ਦੇ ਕੇ ਜਦੋਂ ਨਕਾਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਘੱਟੋ ਘੱਟ ਮੈਂ ਇਹਨੂੰ ਤੁਹਾਡੀ ਸਿਆਣਪ ਵਜੋਂ ਨਹੀਂ ਵੇਖਣਾ ਪਸੰਦ ਕਰਾਂਗਾ। ਫਿਰ ਮੈਂ ਆਖਰ ਦੇ ਵਿੱਚ ਇਹੀ ਕਹਾਂਗਾ ਕਿ ਅਦਾਲਤ ਨੇ ਤੱਥਾਂ ਨੂੰ ਨੋਟ ਕਰਕੇ ਫੈਸਲਾ ਦੇਣਾ ਵਾ। ਅਦਾਲਤ ਨੇ ਆਸਥਾ ਨੂੰ ਆਧਾਰ ਮੰਨ ਕੇ ਫੈਸਲਾ ਨਹੀਂ ਦੇਣਾ, ਕਿਉਂਕਿ ਅਦਾਲਤ ਆਸਥਾ ਨੂੰ ਆਧਾਰ ਮੰਨ ਕੇ ਫੈਸਲਾ ਨਹੀਂ ਦੇ ਸਕਦੀ। ਇਸੇ ਕਰਕੇ ਉਹਨਾਂ ਨੇ ਪਹਿਲਾਂ 10 ਦੇ ਵਿੱਚ ਜ਼ਮੀਨ ਨੂੰ 3 ਹਿੱਸਿਆਂ 'ਚ ਵੰਡਣ ਦੀ ਗੱਲ ਕੀਤੀ ਹੈ ਤੇ ਹੁਣ ਸੁਝਾਅ ਦੇ ਦਿੱਤਾ ਵਾ ਕਿ ਉਹ ਇਹ ਆਪਸ ਦੇ ਵਿੱਚ ਬੈਠ ਕੇ ਤੁਸੀਂ ਫੈਸਲਾ ਕਰ ਲਵੋ। ਇਹਦਾ ਸਿੱਧਾ ਮਤਲਬ ਇਹ ਹੈ ਕਿ ਅਦਾਲਤ ਦੋਨਾਂ ਧਿਰਾਂ ਦੀ ਆਸਥਾ ਦੀ ਜਗ੍ਹਾ ਦੇ ਉੱਤੇ ਤੱਥਾਂ ਦੇ ਆਧਾਰ ਦੇ ਉੱਤੇ ਕਿਸੇ ਦੇ ਹੱਕ 'ਚ ਫੈਸਲਾ ਦੇਣ ਦੀ ਸਿਚੁਏਸ਼ਨ ਦੇ ਵਿੱਚ ਆਪਣੇ ਆਪ ਨੂੰ ਨਹੀਂ ਨਜ਼ਰ ਆਉਂਦੀ, ਦਿਖਾਈ ਦੇ ਰਹੀ। ਔਰ ਉਹਨੂੰ ਲੱਗਦਾ ਨਹੀਂ ਕਿ ਆਸਥਾ ਦੇ ਆਧਾਰ ਦੇ ਉੱਤੇ ਅਸੀਂ ਫੈਸਲਾ ਕਰ ਸਕਦੇ ਹਾਂ। ਇਸ ਕਰਕੇ ਦੋਨੋਂ ਕਮਿਊਨਿਟੀਆਂ ਨੂੰ ਸੁਝਾਅ ਦਿੱਤਾ ਗਿਆ ਔਰ ਉਸ ਸੁਝਾਅ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਨਹੀਂ ਪੇਸ਼ ਕਰ ਸਕਦੇ ਕਿ ਮੁਸਲਮਾਨ ਆਪਣੀ ਆਸਥਾ ਛੱਡ ਦੇਣ ਤੇ ਹਿੰਦੂਆਂ ਨੂੰ ਉਹਨਾਂ ਦੀ ਆਸਥਾ ਦੀ ਜਿਹੜੀ ਆ ਉਹਦੇ ਮੁਤਾਬਕ ਕਾਰ ਸੇਵਾ ਕਰਨ ਦਾ ਅਧਿਕਾਰ ਦੇ ਦਿੱਤਾ ਜਾਵੇ। ਜਾਂ ਤਾਂ ਆਸਥਾ ਦੋਨਾਂ ਦੀ ਮੰਨੀ ਜਾਣੀ ਚਾਹੀਦੀ ਹੈ ਤੇ ਉੱਥੇ ਕੋਈ ਐਸੀ ਚੀਜ਼ ਉਸਾਰ ਦੇਣੀ ਚਾਹੀਦੀ ਹੈ ਜਿਹਦੇ ਤੇ ਦੋਨਾਂ ਧਿਰਾਂ ਨੂੰ ਇਤਰਾਜ਼ ਨਾ ਹੋਵੇ। ਪਰ ਐਦਾਂ ਦੀ ਕੋਈ ਆਸਥਾ ਨਹੀਂ ਹੋ ਸਕਦੀ ਕਿ ਇੱਕ ਦਾ ਮੰਦਿਰ ਬਣ ਜੇ ਪਰ ਦੂਜੇ ਦੀ ਮਸਜਿਦ ਨਾ ਬਣੇ। ਮੈਂ ਇਸ ਗੱਲ ਨਾਲ ਐਗਰੀ ਕਰ ਸਕਦਾ ਕਿ ਉੱਥੇ ਕੋਈ ਐਸੀ ਚੀਜ਼ ਉਸਾਰ ਦਿੱਤੀ ਜਾਵੇ, ਉਹ ਹਸਪੀਟਲ ਹੋ ਸਕਦਾ, ਉਹ ਬਿਰਧ ਘਰ ਹੋ ਸਕਦਾ, ਉਹ ਕੁਝ ਵੀ ਹੋ ਸਕਦਾ, ਪਰ ਮੰਦਿਰ ਜਾਂ ਮਸਜਿਦ ਵਾਲੀ ਗੱਲ ਸ਼ਾਇਦ ਹੁਣ ਬਹੁਤ ਪਿੱਛੇ ਜਾ ਚੁੱਕੀ ਆ। ਮੰਦਿਰ ਵੀ ਉੱਥੇ ਜੇ ਬਣੇਗਾ ਤੇ ਰੌਲਾ ਰਹੇਗਾ, ਜੇ ਉੱਥੇ ਦੁਬਾਰਾ ਮਸਜਿਦ ਵੀ ਬਣਦੀ ਆ ਮਾਲਕਾਨਾ ਹੱਕ ਤੈਅ ਹੋਣ ਤੋਂ ਬਾਅਦ ਉਹ ਵੀ ਰੌਲੇ ਵਾਲੀ ਚੀਜ਼ ਬਣੇਗੀ। ਉੱਥੇ ਹੋਰ ਕੁਝ ਵੀ ਉਸਾਰਿਆ ਜਾ ਸਕਦਾ ਹੈ, ਪਰ ਆਸਥਾ ਦੇ ਨਾਂ ਦੇ ਉੱਤੇ ਮੰਦਿਰ ਜਾਂ ਮਸਜਿਦ ਹੁਣ ਸ਼ਾਇਦ ਨਹੀਂ ਉਸਾਰੀ ਜਾਣੀ ਚਾਹੀਦੀ। ਹਰਪ੍ਰੀਤ ਜੀ 1 ਮਿੰਟ ਮੈਂ ਜ਼ਰੂਰ ਗੱਲ ਕਰਨੀ ਚਾਹਾਂਗਾ, ਪਲੀਜ਼ ਦਿਓ ਟਾਈਮ। ਦੇਖੋ ਤੁਸੀਂ ਸ਼ਬਦੀਪ ਜੀ ਉਮਰ ਤੱਕ ਪਹੁੰਚਦੇ ਹੋ, ਵੱਡੇ ਹੁੰਦੇ ਹੋ, ਨਾ ਹੀ ਹੋਏਗੇ ਇਹ ਤੱਕ ਪਹੁੰਚਦੇ ਹੋ, ਗੱਲ ਨੂੰ ਸਮਝਦੇ ਤੁਸੀਂ ਹੈ ਨਹੀਂ। ਮੇਰਾ ਭਾਵ ਸੀ ਕਿ ਉਹ ਚੀਜ਼ਾਂ ਮਿਥਿਹਾਸਿਕ ਨੇ, ਇਤਿਹਾਸਿਕ ਨੇ। ਰਾਜਿਆਂ ਨੇ ਰਾਜ ਕਿਹੋ ਜਿਹਾ ਕੀਤਾ ਹੈ, ਇਹਦੇ ਥੀਸਿਸ ਹੋ ਸਕਦੇ ਨੇ, ਇਹਦੀ ਪੜਚੋਲ ਹੋ ਸਕਦੀ ਹੈ ਇਤਿਹਾਸ ਦੀ, ਪਰ ਇਤਿਹਾਸ ਦੇ ਇਤਿਹਾਸਕ ਹੋਣ ਨੂੰ ਜਾਂ ਰਾਜਿਆਂ ਦੇ ਰਾਜ ਨੇ ਸਹੀ ਕੀਤਾ, ਗਲਤ ਕੀਤਾ, ਇਹਦੀ ਥੀਸਿਸਾਂ 'ਚ ਯੂਨੀਵਰਸਿਟੀਆਂ ਵਿੱਚ ਪੜਚੋਲ ਹੋ ਸਕਦੀ ਹੈ। ਪਰ ਲੋਕਾਂ 'ਚ ਪਰਸੈਪਸ਼ਨ ਹੈ, ਤੁਸੀਂ ਮੰਨੋ ਜਾਂ ਨਾ ਮੰਨੋ, ਕਿ ਮੁਗਲ ਰਾਜ ਨੇ ਓਪਰੈਸ ਕੀਤਾ ਸੀ ਲੋਕਾਂ ਨੂੰ। ਮੈਂ ਪਰਸੈਪਸ਼ਨ ਦੀ ਗੱਲ ਕੀਤੀ ਸੀ। ਜੇ ਮੈਂ ਜਨਰਲ ਪਰਸੈਪਸ਼ਨ ਦੀ ਗੱਲ ਕਰਦਾ ਤਾਂ ਤੁਸੀਂ ਉਹਨੂੰ ਇਸ ਗੱਲ ਦੇ ਨਾਲ ਜੋੜਦੇ ਹੋ ਕਿ ਮੈਂ ਥੀਸਿਸ ਦੀ ਗੱਲ ਕਿਉਂ ਕਰਦਾ। ਮੈਂ ਹੁਣ ਵੀ ਕਹਿਣਾ ਇਹਨਾਂ ਚੀਜ਼ਾਂ ਦੀ ਪੜਚੋਲ ਜਿਹੜੀ ਹੈ ਕਿ ਵੱਖਰੇ ਹਿਸਟੋਰੀਅਨ ਕਰ ਸਕਦੇ ਨੇ, ਪਰ ਪਬਲਿਕ ਪਰਸੈਪਸ਼ਨ ਹੈਗੀ ਆ, ਲੋਕਾਂ ਦਾ ਵਿਸ਼ਵਾਸ ਹੈਗਾ ਹੈ। ਫਿਰ ਤੁਸੀਂ ਦੂਜੀ ਗੱਲ ਕੀਤੀ ਹੈ ਕਿ ਉੱਥੇ ਮੁਸਲਮਾਨਾਂ ਦੀ ਵੀ ਆਸਥਾ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ, ਪਰ ਮੁਸਲਮਾਨਾਂ ਦੇ ਜੇ ਉੱਥੇ ਰਾਮਚੰਦਰ ਜੀ ਦਾ ਨਾਲ ਜੋੜਿਆ ਜਾਂਦਾ ਹੈ, ਰਾਮਚੰਦਰ ਜੀ ਨੂੰ ਇੱਕ ਪ੍ਰਭੂ ਦਾ ਦਰਜਾ ਹੈ, ਪ੍ਰਭੂ ਮੰਨਦੇ ਨੇ, ਉਹ ਇਸ਼ਟ ਹੈ ਲੋਕਾਂ ਦਾ। ਪਰ ਜਿਹੜਾ ਵੀ ਉੱਥੇ ਬਾਬਰ ਨੇ ਬਣਾਈ ਸੀ ਮਸਜਿਦ, ਉਹ ਕਿਸੇ ਕੋਈ ਵਲੀ, ਕੋਈ ਸੰਤ, ਸੂਫੀ, ਮਹਾਤਮਾ
ਕੋਈ ਮੁਸਲਮਾਨ ਧਰਮ ਨਾਲ ਸੰਬੰਧਿਤ ਨਹੀਂ ਸੀ। ਉਹ ਉਹਦੀ ਇੱਕ ਰਾਜਸੀ ਅਥਾਰਟੀ, ਪੋਲੀਟੀਕਲ ਅਥਾਰਟੀ ਦਾ ਸਿੰਬਲ ਸੀ। ਉਹ ਤੁਸੀਂ ਪੋਲੀਟੀਕਲ ਅਥਾਰਟੀ ਦੇ ਸਿੰਬਲ ਨੂੰ ਇੱਕ ਪਵਿੱਤਰ ਆਸਥਾ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ ਹੈਗੇ। ਜੇ ਉੱਥੇ ਕਿਸੇ ਸੂਫੀ, ਕੋਈ ਵਲੀ, ਕੋਈ ਅਹਿਦ, ਕੋਈ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਦੇ ਮੁਸਲਮਾਨ ਸੰਤ ਦੀ ਦਰਗਾਹ ਹੁੰਦੀ ਤਾਂ ਤੁਸੀਂ ਬਿਲਕੁਲ ਉਹਨੂੰ ਉਹਦੇ ਬਰਾਬਰ ਰੱਖ ਕੇ ਗੱਲ ਕੀਤੀ ਜਾ ਸਕਦੀ ਸੀ। ਹੁਣ ਸਰਹੰਦ ਦੇ ਲਾਗੇ ਉਹਨਾਂ ਦੇ ਇੱਕ ਬਹੁਤ ਵੱਡੇ ਕੋਈ ਉਹ ਵਲੀ ਕਹਿੰਦੇ ਨੇ ਜਾਂ ਸੰਤ ਕਹਿੰਦੇ ਨੇ, ਉਹਨਾਂ ਦੀ ਦਰਗਾਹ ਹੈ। ਮੇਰੇ ਖਿਆਲ ਅੱਜ ਤੱਕ ਕਿਸੇ ਨੇ ਉਂਗਲ ਵੀ ਨਹੀਂ ਕੀਤੀ। ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਹੈ। ਮੇਰੇ ਖਿਆਲ ਹਿੰਦੂ ਕੀ ਤੇ ਮੁਸਲਮਾਨ ਕੀ ਉਹਨਾਂ ਨੂੰ ਬਹੁਤ ਸ਼ਰਧਾ ਤੇ ਸਤਿਕਾਰ ਨਾਲ ਦੇਖਦੇ ਨੇ। ਤਾਂ ਇਹੋ ਜਿਹਾ ਕੋਈ ਕਿਸੇ ਉਹਨਾਂ ਦੇ ਸ਼ਰਧਾ ਦੇ ਪ੍ਰਤੀਕ ਨਾਲ ਜੁੜੀ ਹੋਈ ਉਹ ਮਸਜਿਦ ਨਹੀਂ ਸੀ। ਇਸੇ ਕਰਕੇ ਉਹਨੂੰ ਬਾਬਰੀ ਮਸਜਿਦ ਕਹਿੰਦੇ ਸੀ। ਤੇ ਜੇ ਇੱਕ ਰਾਜ ਦੀ ਤਾਕਤ ਦਾ ਧੌਂਸ ਦੀ ਪ੍ਰਤੀਕ ਨੂੰ ਦੂਜੇ ਲੋਕਾਂ ਦੇ ਇਸ਼ਟ ਦੇ ਜਿਹੜਾ ਪ੍ਰਤੀਕ ਹੈ ਉਹਦੇ ਨਾਲ ਜੋੜਨ ਵੇਲੇ ਤੁਸੀਂ ਇੱਕ ਹੀ ਪੱਧਰ ਤੇ ਸੋਚਦੇ ਹੋ। ਇੱਥੇ ਇੱਕ ਉਹੀ ਇੱਕ ਕਾਨੂੰਨੀ ਧੌਂਸ ਭਰੀ ਮਾਨਸਿਕਤਾ ਦਾ ਇਹ ਇੱਕ ਦਿਖਾਵਾ ਹੈ। ਇਹਨੂੰ ਉਹ ਪੱਖ ਨਹੀਂ ਕਿਹਾ ਜਾ ਸਕਦਾ ਕਿ ਵਾਕਈ ਇੱਥੇ ਲੋਕਾਂ ਦੀ ਆਸਥਾ ਜੁੜੀ ਹੋਈ ਹੈ। ਜੇ ਇਹਨਾਂ ਨੂੰ ਇਹ ਥਾਂ ਮਨ ਦੇ ਹਿਸਾਬ ਦੇ ਨਾਲ ਵੀ ਤੇ ਫਿਜ਼ੀਕਲ ਵੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਲੋਕ ਆਪਣੀ ਆਸਥਾ ਦੀ ਹਿਸਾਬ ਦੇ ਨਾਲ ਉੱਥੇ ਪੂਜਾ ਕਰ ਸਕਦੇ ਨੇ। ਜੇ ਉਹ ਮਸਜਿਦ ਦੂਜੇ ਥਾਂ ਤੇ ਤਾਂ ਬਣ ਸਕਦੀ ਹੈ ਕਿਉਂਕਿ ਕਿਸੇ ਵਲੀ ਅਹਿਦ ਦਾ ਉੱਥੇ ਜਨਮ ਜਾਂ ਉਹਨਾਂ ਦੇ ਕੋਈ ਅੰਤਮ ਤੌਰ ਤੇ ਉੱਥੇ ਕੋਈ ਉਹਨਾਂ ਦੀ ਕਬਰ ਯਾਦ ਕੁਝ ਨਹੀਂ ਬਣੀ ਹੋਈ ਹੈਗੀ। ਸੋ ਉਹਨੂੰ ਦੋਵੇਂ ਚੀਜ਼ਾਂ ਨੂੰ ਇਸ ਤਰ੍ਹਾਂ ਨਹੀਂ ਜੋੜ ਕੇ ਦੇਖਿਆ ਜਾ ਸਕਦਾ ਹੈਗਾ। ਪਲੀਜ਼ ਸਹੀ ਗੱਲ ਨੂੰ ਪਰਸਪੈਕਟਿਵ ਸਮਝ ਕੇ, ਠੀਕ ਹੈ ਮੈਂ ਤੁਹਾਡੇ ਨਾਲ 2 ਸਾਲ ਵੱਡਾ ਹੋਊਂਗਾ, ਤੁਸੀਂ 10 ਸਾਲ ਛੋਟੇ ਹੋ, 5 ਸਾਲ ਹੋਵੋਗੇ, ਪਰ ਹੋ ਸਕਦਾ ਤੁਸੀਂ ਨੌਲੇਜ ਦੇ ਤੌਰ ਤੇ ਮੇਰੇ ਤੋਂ ਵੱਧ ਰੱਖਦੇ ਹੋ। ਉਸ ਨੌਲੇਜ ਨੂੰ ਵਰਤਿਆ ਕਰੋ ਤੇ ਸਹੀ ਪਰਸਪੈਕਟਿਵ ਦੇ ਵਿੱਚ ਗੱਲ ਸਮਝ ਕੇ ਫਿਰ ਰਿਐਕਟ ਕਰਿਆ ਕਰੋ। ਥੋੜਾ ਜਿਹਾ ਹਰਪ੍ਰੀਤ ਜੀ ਸਿਰਫ 20 ਸੈਕਿੰਡ ਮੈਂ ਚਾਹਾਂਗਾ ਜੇ ਤੁਸੀਂ ਮੈਨੂੰ ਦੇ ਸਕੋ ਤਾਂ। ਸਬਦੀਪ ਜੀ ਪਲੀਜ਼, ਪਰ ਜਰੂਰ ਮੈਂ ਤੁਹਾਨੂੰ ਮੌਕਾ ਦਊਂਗਾ। ਸਿਰਫ 20 ਸੈਕਿੰਡ ਨਾਲ ਹੀ ਇੱਕ ਮੁੱਦਾ ਮੈਂ ਜਰੂਰ ਨਾਲ ਹੀ ਤੁਹਾਨੂੰ ਦੇਣਾ ਚਾਹੂੰਗਾ। ਨਾਲ ਸੀਪੀ ਸਿੰਘ ਜੀ ਨੂੰ ਵੀ ਇੱਕ ਵਾਰ ਜਰੂਰ ਮੌਕਾ ਦੇਣਾ ਚਾਹੂੰਗਾ। ਧਾਰਮਿਕ ਤੇ ਰਾਜਨੀਤੀ ਤੇ ਕਾਨੂੰਨੀ 3 ਮਾਮਲੇ ਲਗਭਗ ਇਸ ਆਪਣਾ ਬਾਬਰੀ ਮਸਜਿਦ ਨਾਲ ਮਿਲਾ ਕੇ ਦੇਖ ਸਕਦੇ ਆ। ਪਰ ਜਿਸ ਹਿਸਾਬ ਨਾਲ ਜਸਟਿਸ JS ਕੈਹਰ ਨੇ ਇਹ ਮੁੱਦੇ ਨੂੰ ਸਮਝਾ ਕੇ ਉਹ ਬਹਿ ਕੇ ਸੁਲਝਾਉਣ ਦੀ ਗੱਲ ਕੀਤੀ ਹੈ, ਲੱਗਦਾ ਕਿਤੇ ਨਾ ਕਿਤੇ ਜਸਟਿਸ ਕੈਹਰ ਦਾ ਇਸ਼ਾਰਾ ਸੀ ਕਿ ਇਹ ਮਾਮਲਾ ਕਾਨੂੰਨੀ ਘੱਟ ਤੇ ਧਾਰਮਿਕ ਅਤੇ ਰਾਜਨੀਤਿਕ ਜ਼ਿਆਦਾ ਵਾ। ਹੁਣ ਜੇ ਧਰਮ ਦੀ ਗੱਲ ਕਰੀਏ, ਪਿਛਲੀ ਕਾਫੀ ਸਮੇਂ ਤੋਂ ਸਬਦੀਸ਼ ਜੀ, ਅਜੀਤ ਜੀ ਬਹਿਸ ਕਰ ਰਹੇ ਸੀ ਤੇ ਪਰ ਉਸ ਬਹਿਸ ਦਾ ਸ਼ਾਇਦ ਕੋਈ ਅੰਤ ਨਹੀਂ ਆ। ਜਾਂ ਅਸੀਂ ਇਸ ਡਿਬੇਟ ਵਿੱਚ ਲੋਕਾਂ ਦੀ ਧਾਰਮਿਕ ਆਸਥਾ ਬਾਬਰੀ ਮਸਜਿਦ ਜਾਂ ਫਿਰ ਰਾਮ ਜਨਮ ਭੂਮੀ ਨਾਲ ਕਿੰਨੀ ਜੁੜੀ ਆ, ਉਸ ਇਤਿਹਾਸ ਜਾਂ ਮਿਥਿਹਾਸ ਉੱਤੇ ਅਸੀਂ ਇਸ ਡਿਬੇਟ ਵਿੱਚ ਪੂਰੀ ਗੱਲ ਨਹੀਂ ਕਰ ਪਾਵਾਂਗੇ। ਹੁਣ ਅੱਜ ਇਹ ਰਾਜਨੀਤੀ ਉੱਤੇ ਕੀ ਇਹ ਮਾਮਲਾ ਜ਼ਿਆਦਾ ਰਾਜਨੀਤਿਕ ਆ ਜਾਂ ਇਹਨੂੰ ਰਾਜਨੀਤਿਕ ਬਣਾਇਆ ਗਿਆ ਵਾ? ਸੀਪੀ ਸਿੰਘ ਜੀ ਤੋਂ ਸ਼ੁਰੂ ਕਰਦੇ ਆ, ਫਿਰ ਸਬਦੀਪ ਜੀ ਤੇ ਚੱਲਦੇ। ਹਰਪ੍ਰੀਤ ਜੀ, ਹੁਣ ਤੱਕ ਜੋ ਵੀ ਗੱਲਾਂ ਅਜੀਤ ਜੀ ਔਰ ਸ਼ਬੀਰ ਜੀ ਕਰ ਰਹੇ ਸੀਗੇ, ਸ਼ਾਇਦ ਇਸੇ ਗੱਲਾਂ ਕਰਕੇ ਅੱਜ ਅਸੀਂ ਇਸ ਚੀਜ਼ ਤੇ ਖੜੇ ਆ ਕਿ ਉਸਦਾ ਕੋਈ ਰਿਜ਼ਲਟ ਨਹੀਂ ਨਿਕਲ ਰਿਹਾ। ਕਿਉਂਕਿ ਗੱਲਬਾਤ ਅਗਰ ਜੇ ਅਸੀਂ ਕਰਨ ਲੱਗਾਂਗੇ ਤਾਂ ਇੱਕ ਪਾਸੇ ਆਸਥਾ ਆਪਣੀ ਪ੍ਰਭਾਵ ਦਿਖਾਉਂਦੀ ਹੈ ਔਰ ਦੂਸਰੇ ਪਾਸੇ ਆਪਣੀ ਇੱਕ ਅੜੀ ਜਿਹੜੀ ਹੈ ਉਹ ਪ੍ਰਭਾਵ ਦਿਖਾਉਂਦੀ ਹੈ। ਸੋ ਕਿਤੇ ਨਾ ਕਿਤੇ ਇਸ ਚੀਜ਼ ਦਾ ਰਿਜ਼ਲਟ ਇਸੇ ਕਰਕੇ ਨਹੀਂ ਆ ਪਾ ਰਿਹਾ। ਔਰ ਮੈਨੂੰ ਯਾਦ ਆ ਰਿਹਾ ਕਿ ਕੁਝ ਹਿੰਦੂ ਸੰਗਠਨਾਂ ਵੱਲੋਂ ਕੁਝ ਮੌਲਵੀਆਂ ਨਾਲ ਇੱਕ ਗੱਲਬਾਤ ਸ਼ੁਰੂ ਹੋਈ ਸੀ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਾਨੂੰ ਇੱਕ ਪਾਰਟਿਕੂਲਰ ਜਗ੍ਹਾ ਦੇ ਉੱਪਰ ਸਰਯੂ ਨਦੀ, ਸ਼ਾਇਦ ਮੈਨੂੰ ਯਾਦ ਆ ਰਿਹਾ, ਉੱਥੇ ਇੱਕ ਸਾਨੂੰ ਜਗ੍ਹਾ ਦੇ ਦਿੱਤੀ ਜਾਵੇ, ਅਸੀਂ ਬਾਬਰੀ ਮਸਜਿਦ ਜਿਹੜੀ ਹੈ ਉੱਥੇ ਕੰਸਟਰਕਟ ਕਰ ਲਾਂਗੇ। ਬਟ ਫਿਰ ਵੀ ਉਸ ਚੀਜ਼ ਨੂੰ ਅਮਲੀ ਜਾਮਾ ਨਹੀਂ ਦਿੱਤਾ ਗਿਆ। ਉਹਦਾ ਕਾਰਨ ਸਿਰਫ ਤੇ ਸਿਰਫ ਪੋਲੀਟੀਕਲੀ ਸੀਗਾ। ਕੋਈ ਨਾ ਕੋਈ ਪੋਲੀਟੀਕਲ ਇੰਟਰਵੈਂਸ਼ਨ ਆ ਜਾਂਦੀ ਹੈ ਜਦੋਂ ਕਿ ਇਸ ਮਾਮਲੇ ਨੂੰ ਤੂਲ ਮਿਲ ਜਾਂਦੀ ਹੈ ਔਰ ਉਹ ਫਿਰ ਉੱਥੇ ਦਾ ਉੱਥੇ ਖੜਾ ਹੋ ਕੇ ਰਹਿ ਜਾਂਦਾ ਹੈ। ਸੋ ਕੋਰਟ ਨੇ ਡਿਸੀਜਨ ਦਿੱਤਾ ਹੈ ਕਿਉਂਕਿ ਆਈ ਥਿੰਕ ਇਹਦੇ ਵਿੱਚ ਇਹ ਚੀਜ਼ ਲੱਗਦੀ ਹੈ ਕਿ ਕਾਨੂੰਨੀ ਇਹਨੂੰ ਡਿਸੀਜਨ ਸ਼ਾਇਦ ਨਾ ਮਿਲੇ, ਕਿਉਂ ਨਾ ਇੱਕ ਬੈਠ ਕੇ ਐਮੀਕੇਬਲੀ ਇਸ ਦਾ ਇੱਕ ਡਿਸੀਜਨ ਜਿਹੜਾ ਕੱਢ ਲਿਆ ਜਾਵੇ। ਸ਼ਾਇਦ ਇਸੇ ਕਰਕੇ ਸੁਪਰੀਮ ਕੋਰਟ ਵੱਲੋਂ ਇਹ ਸੁਝਾਅ ਦਿੱਤਾ ਗਿਆ। ਪਰ ਇਹ ਸੁਝਾਅ ਤਾਂ ਹੀ ਪੋਸੀਬਲ ਹੋਏਗਾ ਜਦੋਂ ਉਹਦੇ ਵਿੱਚ ਇੱਕ ਆਰਬਿਟਰੇਟਰ ਲੱਗੇਗਾ ਔਰ ਉਹਦੇ ਵਿੱਚ ਆਰਬਿਟਰੇਟਰ ਦੀ ਭੂਮਿਕਾ ਵੀ ਹੈ ਜਿਹੜੀ ਉਹ ਨਿਸਵਾਰਥ ਹੋ ਕੇ ਰਹੇਗੀ। ਕੋਈ ਪੋਲੀਟੀਕਲ ਇਨਫਲੂਐਂਸ ਜਿਹੜਾ ਉਹਦੇ ਵਿੱਚ ਨਾ ਹੋਵੇ ਤਾਂ ਸ਼ਾਇਦ ਇਹਦਾ ਮਸਲਾ ਜਿਹੜਾ ਹੱਲ ਹੋ ਸਕੇ। ਲੇਕਿਨ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਰਾਜਨੀਤੀ ਇਹਨਾਂ ਮਸਲਿਆਂ ਦੇ ਵਿੱਚ ਭਾਰੂ ਹੋ ਜਾਂਦੀ ਹੈ, ਚਾਹੇ ਉਹ ਇੱਕ ਪਾਰਟਿਕੂਲਰ ਜਗ੍ਹਾ ਹੋਵੇ, ਉਹ ਉੱਥੇ ਰਾਮ
ਦਾ ਜਨਮ ਹੋਇਆ ਹੋਵੇ, ਇਹਦੇ ਨਾਲ ਆਸਥਾ ਜੁੜੀ ਹੈ ਲੋਕਾਂ ਦੀ। ਉਹ ਬਾਬਰੀ ਮਸਜਿਦ ਕੰਸਟਰਕਟ ਹੋਈ ਹੋਵੇ ਉਸ ਜਗ੍ਹਾ ਦੇ ਉੱਪਰ, ਉਹਦੇ ਵਿੱਚ ਇੱਕ ਪਾਰਟਿਕੂਲਰ ਸੰਗਠਨ ਜਾਂ ਇੱਕ ਪਾਰਟਿਕੂਲਰ ਕਮਿਊਨਿਟੀ ਦੀ ਆਸਥਾ ਜੁੜੀ ਹੋਈ ਹੈ। ਇਸ ਚੀਜ਼ ਨੂੰ ਲੈ ਕੇ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਦੇ ਵਿੱਚ ਨੋ ਡਾਊਟ ਇੱਕ ਆਸਥਾ ਜਿਹੜੀ ਹੈ ਕਾਮਨ ਹੋ ਜਾਂਦੀ ਹੈ, ਔਰ ਜੇ ਉਹ ਕਾਮਨ ਹੋ ਜਾਏ ਤਾਂ ਸ਼ਾਇਦ ਉਹਦਾ ਰਿਜ਼ਲਟ ਅਸੀਂ ਰਿਜ਼ਲਟ ਤੇ ਪਹੁੰਚ ਸਕੀਏ। ਲੇਕਿਨ ਉਹ ਉਦੋਂ ਤੱਕ ਪੋਸੀਬਲ ਨਹੀਂ ਹੈਗਾ ਜਦੋਂ ਤੱਕ ਇਹਦੇ ਵਿੱਚ ਰਾਜਨੀਤੀ ਦੀ ਇਨਵੋਲਵਮੈਂਟ ਹੈਗੀ ਹੈ। ਜਦੋਂ ਤੱਕ ਰਾਜਨੀਤੀ ਇਹਦੇ ਤੇ ਭਾਰੀ ਹੈ ਸ਼ਾਇਦ ਅਸੀਂ ਇਸ ਦਾ ਹੱਲ ਔਰ ਇਸ ਦੇ ਉੱਤੇ ਡਿਬੇਟਾਂ ਲਗਾਤਾਰ ਕਰਦੇ ਰਵਾਂਗੇ, ਪਰ ਇਹਦਾ ਨਿਸ਼ਕਰਸ਼ ਜਿਹੜਾ ਉਹ ਨਹੀਂ ਨਿਕਲ ਪਾਏਗਾ। ਆਰਬਿਟਰੇਟਰ ਅਪਾਇੰਟ ਹੋ ਜਾਏ, ਆਰਬਿਟਰੇਟਰ ਨਿਰਸਵਾਰਥ ਹੋ ਕੇ ਕੰਮ ਕਰੇ, ਪੋਲੀਟੀਕਲ ਇਨਵੋਲਵਮੈਂਟ ਜਿਹੜੀ ਬਿਲਕੁਲ ਜ਼ੀਰੋ ਮਾਤਰ ਹੋਵੇ, ਤਾਂ ਸ਼ਾਇਦ ਅਸੀਂ ਕਿਸੇ ਨਿਸ਼ਕਰਸ਼ ਤੇ ਪਹੁੰਚ ਜਾਵਾਂਗੇ। ਔਰ ਜੇ ਇਹਦਾ ਰਿਜ਼ਲਟ ਅਸੀਂ ਕੱਢ ਲੈਂਦੇ ਹਾਂ, ਵਿਦਿਨ ਟਾਈਮ ਕੱਢ ਲੈਂਦੇ ਆ, ਤਾਂ ਸ਼ਾਇਦ ਇੱਕ ਰੋਲ ਮਾਡਲ ਹੋ ਕੇ ਨਿਕਲੇਗਾ। ਔਰ ਬਾਕੀ ਕੰਟਰੀਜ਼ ਦੇ, ਬਾਕੀ ਸਟੇਟ ਦੇ ਵਿੱਚ ਵੀ ਜਦੋਂ ਇਦਾਂ ਦੇ ਧਾਰਮਿਕ ਇਸ਼ੂ ਉੱਭਰਦੇ ਨੇ ਤਾਂ ਉਹਦੇ ਉਸ ਇੱਕ ਮਿਸਾਲ ਵਜੋਂ ਦੇਖਿਆ ਜਾਏ। ਸਬਦੀਸ਼ ਜੀ। ਹਰਪ੍ਰੀਤ ਜੀ, ਮੈਂ ਫਿਰ ਇੱਕ ਵਾਰ ਆਪਣੀ ਗੱਲ ਉੱਥੋਂ ਸ਼ੁਰੂ ਕਰਾਂਗਾ ਜਿੱਥੇ ਮੈਂ ਖਤਮ ਕੀਤੀ ਸੀ। ਮੈਂ ਆਪਣੀ ਗੱਲ ਬਿਲਕੁਲ ਇੱਥੇ ਲਿਆ ਕੇ ਖਤਮ ਨਹੀਂ ਸੀ ਕੀਤੀ ਕਿ ਇੱਕ ਚੀਜ਼ ਨੂੰ ਮੰਨ ਲੈਣਾ ਚਾਹੀਦਾ, ਦੂਜੀ ਨੂੰ ਨਹੀਂ ਮੰਨਣਾ ਚਾਹੀਦਾ। ਮੈਂ ਇਹੀ ਗੱਲ ਕਹੀ ਸੀ ਕਿ ਜੇ ਸਦਭਾਵਨਾ ਦੇ ਮਤਲਬ ਹੈ ਕੋਈ, ਤਾਂ ਉਹ ਇਹੀ ਹੈ ਕਿ ਦੋਨੋਂ ਧਿਰਾਂ ਪਿੱਛੇ ਹਟਣ। ਜੇ ਇੱਕ ਧਿਰ ਦੀ ਆਸਥਾ ਨੂੰ ਧੌਂਸ ਵਜੋਂ ਵਰਤਿਆ ਜਾਵੇ ਤਾਂ ਫਿਰ ਉਹ ਇੱਕ ਸਦਭਾਵਨਾ ਪੈਦਾ ਨਹੀਂ ਕਰਦੀ, ਉਹ ਫਿਰ ਧੌਂਸ ਨੂੰ ਪ੍ਰਵਾਨਗੀ ਦੇਣ ਵਰਗੀ ਗੱਲ ਆ। ਮੈਨੂੰ ਪਤਾ ਇਸ ਗੱਲ ਦਾ ਕਿ ਬਾਬਰ ਕੋਈ ਪੀਰ ਪੈਗੰਬਰ ਨਹੀਂ ਸੀ, ਇਸ ਗੱਲ ਬਾਰੇ ਕੋਈ ਰਾਵਾ ਨਹੀਂ। ਔਰ ਬਾਬਰ ਨੇ ਉਹ ਖੁਦ ਮਸਜਿਦ ਬਣਵਾਈ ਵੀ ਨਹੀਂ ਸੀ, ਮੀਰ ਸਾਕੀ ਨੇ ਬਣਵਾਈ ਸੀ। ਇਹ ਵੀ ਇੱਕ ਇਤਿਹਾਸਕ ਫੈਕਟ ਆ ਔਰ ਇਹਦੇ ਵਿੱਚ ਕੋਈ ਸ਼ੰਕਾ ਨਹੀਂ। ਪਰ ਸਵਾਲ ਫਿਰ ਉਹੀ ਬਣਦਾ ਵਾ ਕਿ ਜਿਹੜੇ ਰਾਮਚੰਦਰ ਜਿਹੜਾ ਮਿਥਿਹਾਸ ਦਾ ਕਰੈਕਟਰ ਆ, ਉਹਦੀ ਆਸਥਾ ਨੂੰ ਆਧਾਰ ਬਣਾ ਕੇ ਕਿ ਉਹਨਾਂ ਦਾ ਇੱਥੇ ਹੀ ਜਨਮ ਹੋਇਆ ਸੀ, ਜਿਹੜਾ ਕਰੈਕਟਰ ਹੀ ਮਿਥਿਹਾਸਕ ਹੈ ਉਹਦਾ ਇੱਥੇ ਹੀ ਜਨਮ ਹੋਇਆ ਦੀ ਜਿੱਦ ਕਰਨਾ, ਇਹ ਆਪਣੇ ਆਪ ਦੇ ਵਿੱਚ ਇੱਕ ਧੌਂਸ ਵਾਲੀ ਗੱਲ ਆ। ਔਰ ਦੂਸਰਾ, ਜਿਹੜੇ ਕੋਈ ਬਾਬਰੀ ਮਸਜਿਦ ਨਾਲ ਸੰਬੰਧਿਤ ਲੋਕ, ਉਹ ਫਿਰ ਆਪਣੀ ਉਹਨਾਂ ਦੀ ਵੀ ਇੱਕ ਪਰਸੈਪਸ਼ਨ ਆ ਕਿ ਅਸੀਂ ਫਿਰ ਮੁਸਲਮਾਨ ਹੁੰਦੇ ਆ, ਫਿਰ ਸਾਡੀ ਵੀ ਤਾਂ ਇੱਕ ਪਰਸੈਪਸ਼ਨ ਆ, ਸਾਡੀ ਵੀ ਤਾਂ ਇੱਕ ਆਸਥਾ ਵਾ। ਮੈਂ ਬੇਸੇ ਕਰਕੇ ਕਹਿ ਰਿਹਾ ਕਿ ਉੱਥੇ ਮਸਜਿਦ ਜਾਂ ਮੰਦਿਰ ਦੀ ਬਜਾਏ ਹੋਰ ਕੁਝ ਵੀ ਉਸਾਰ ਦੇਵੋ ਤਾਂ ਉਹਨੂੰ ਅਸੀਂ ਕਵਾਂਗੇ ਕਿ ਇਹ ਹੀ ਸਦਭਾਵਨਾ ਹੈ। ਤੇ ਜੇ ਅਸੀਂ ਐਦਾਂ ਦੀ ਗੱਲ ਕਰਦੇ ਹਾਂ ਕਿ ਰਾਜਨੀਤਿਕ ਧੌਂਸ ਦੀ ਜਗ੍ਹਾ ਹੁਣ ਹਿੰਦੂਆਂ ਦੀ ਜਿਹੜੀ ਆਸਥਾ ਵਾ ਉਹਨੂੰ ਇੱਕ ਧੌਂਸ ਦੇ ਤੌਰ ਦੇ ਉੱਤੇ ਇਸਤੇਮਾਲ ਕਰ ਲਿਆ ਜਾਵੇ, ਫਿਰ ਸਦਭਾਵਨਾ ਪੈਦਾ ਨਹੀਂ ਹੋ ਸਕਦੀ। ਹੋ ਸਕਦਾ ਮੰਦਿਰ ਬਣ ਜਾਵੇ ਕਿਸੇ ਸਿਚੁਏਸ਼ਨ ਦੇ ਵਿੱਚ, ਪਰ ਉਹ ਸਦਭਾਵਨਾ ਦਾ ਮੰਦਿਰ ਬਿਲਕੁਲ ਨਹੀਂ ਹੋਏਗਾ, ਉਹ ਇੱਕ ਧੌਂਸ ਦਾ ਹੀ ਮੰਦਿਰ ਹੋਏਗਾ। ਔਰ ਮੰਦਿਰ ਜਾਂ ਕੋਈ ਵੀ ਮਸਜਿਦ ਜਾਂ ਗੁਰਦੁਆਰਾ ਧੌਂਸ ਦਾ ਬਣੇ, ਇਸ ਗੱਲ ਨੂੰ ਤੇ ਮੇਰਾ ਨਹੀਂ ਖਿਆਲ ਕੋਈ ਆਸਥਾਵਾਨ ਬੰਦਾ ਵੀ ਪ੍ਰਵਾਨ ਕਰ ਸਕੇਗਾ। ਔਰ ਮੈਂ ਇਹਨੂੰ ਸਮਝਦਾ ਕਿ ਹੁਣ ਧੌਂਸ ਦਾ ਮੰਦਿਰ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹਿੰਦੂਤਵਵਾਦੀ ਲੋਕਾਂ ਵੱਲੋਂ। ਔਰ ਇਹਦੇ ਪਿੱਛੇ ਆਸਥਾ ਕੋਈ ਮਹੱਤਵਪੂਰਨ ਚੀਜ਼ ਨਹੀਂ ਹੈ। ਆਸਥਾ ਨਾਲੋਂ ਵੱਡੀ ਚੀਜ਼ ਬਿਲਕੁਲ ਪੋਲਿਟਿਕਸ ਹੈ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਇਸ ਦੇਸ਼ ਦੇ ਵਿੱਚ ਰਾਮ ਰਥ ਕੱਢ ਰਹੇ ਸਨ ਮੰਦਿਰ ਦੀ ਉਸਾਰੀ ਲਈ, ਜਦੋਂ ਨਾਰੇ ਲੱਗ ਰਹੇ ਸਨ ਵੀ ਰਾਮ ਲੱਲਾ ਹਮ ਆਏ ਹੈ, ਮੰਦਿਰ ਯਹੀ ਬਣਾਏਗੇ, ਤਾਂ ਉਦੋਂ ਇਹਦਾ ਕੋਈ ਮਤਲਬ ਨਹੀਂ ਸੀ ਕਿ ਉਹ ਕੋਈ ਆਸਥਾ ਦੇ ਵਿੱਚੋਂ ਲੱਗ ਰਹੇ ਸਨ ਉਹ ਨਾਰੇ। ਜਦੋਂ ਲਾਲ ਕ੍ਰਿਸ਼ਨ ਅਡਵਾਨੀ 5 ਤਰੀਕ ਨੂੰ ਇਹ ਭਾਸ਼ਣ ਕਰ ਰਹੇ ਸਨ ਕਿ ਕਾਰ ਸੇਵਕ ਕੱਲ ਆਖਰੀ ਕਾਰ ਸੇਵਾ ਕਰਨਗੇ, ਤਾਂ ਉਹਦਾ ਬਿਲਕੁਲ ਕਲੀਅਰ ਮਤਲਬ ਸੀ ਕਿ ਉੱਥੇ ਕੀ ਕੀਤਾ ਜਾ ਰਿਹਾ। ਕਿਉਂਕਿ 5 ਦਸੰਬਰ 1992 ਨੂੰ ਇੱਕ ਦਿਨ ਪਹਿਲਾਂ ਇਹ ਤੈਅ ਕੀਤਾ ਜਾ ਚੁੱਕਾ ਸੀ ਕਿ ਮਸਜਿਦ ਨੂੰ ਗਿਰਾ ਦਿੱਤਾ ਜਾਵੇਗਾ ਔਰ ਇਹ ਮਸਜਿਦ ਗਿਰ ਹੀ ਜਾਵੇ। ਇਸ ਗੱਲ ਦਾ ਅਹਿਸਾਸ ਪੀਵੀ ਨਰਸਿਮਹਾ ਰਾਓ ਨੂੰ ਵੀ ਸੀ ਔਰ ਇਤਿਹਾਸ ਦੇ ਵਿੱਚ ਇਹ ਗੱਲ ਦਰਜ ਹੈ ਕਿ ਜਦੋਂ ਮਸਜਿਦ ਢਾਈ ਜਾ ਰਹੀ ਸੀ, ਪੀਵੀ ਨਰਸਿਮਹਾ ਰਾਓ ਆਪਣੇ ਬੈਡਰੂਮ ਦੇ ਵਿੱਚ ਸੌਂ ਰਹੇ ਸਨ। ਅਸਲ ਦੇ ਵਿੱਚ ਉਹ ਸੌਂ ਨਹੀਂ ਰਹੇ ਸਨ, ਅਸਲ ਦੇ ਵਿੱਚ ਸਾਡਾ ਸੱਤਾ ਦਾ ਤੰਤਰ ਸੌਂ ਰਿਹਾ ਸੀ। ਇਸ ਗੱਲ ਦਾ ਉਹ ਪ੍ਰਤੀਕ ਬਣਦੇ ਨੇ। ਔਰ ਆਸਥਾ ਦੇ ਨਾਂ ਦੇ ਉੱਤੇ ਜੇ ਸੱਤਾ ਦਾ ਤੰਤਰ ਸੌਂ ਜਾਵੇ ਔਰ ਧੌਂਸ ਪੈਦਾ ਕਰੇ ਤਾਂ ਉਹਨੂੰ ਸਾਨੂੰ ਜ਼ਰੂਰ ਇਹਦੇ ਮਾਮਲੇ ਦੇ ਵਿੱਚ ਸੋਚਣਾ ਪਵੇਗਾ। ਔਰ ਮੈਂ ਬਿਲਕੁਲ ਇਹੀ ਗੱਲ ਕਹਿਣੀ ਚਾਹੁੰਦਾ ਕਿ ਪਰਸੈਪਸ਼ਨ ਦੇ ਆਧਾਰ ਦੇ ਉੱਤੇ ਲੋਕਾਂ ਦੀਆਂ ਭਾਵਨਾਵਾਂ ਜ਼ਰੂਰ ਭੜਕਾਈਆਂ ਜਾ ਸਕਦੀਆਂ, ਪਰ ਪਰਸੈਪਸ਼ਨ ਦੇ ਆਧਾਰ ਦੇ ਉੱਤੇ
ਕੋਈ ਸਦਭਾਵਨਾ ਕੋਈ ਸੱਚ ਖੜਾ ਨਹੀਂ ਕੀਤਾ ਜਾ ਸਕਦਾ। ਮੈਂ ਫਿਰ ਰਿਪੀਟ ਕਰਨਾ ਚਾਹਾਂਗਾ ਕਿ ਜੇ ਮੁਗਲ ਆਉਂਦੇ ਨੇ, ਬਾਬਰ ਆਉਂਦਾ ਵਾ ਤੇ ਅਸੀਂ ਕਹਿੰਦੇ ਮੁਗਲ ਆ ਗਏ ਨੇ, ਪਰ ਅਸੀਂ ਇਹ ਗੱਲ ਵਿੱਚੋਂ ਮਾਈਨਸ ਕਰ ਦਿੰਦੇ ਹਾਂ ਕਿ ਜਦੋਂ ਅੰਗਰੇਜ਼ ਆਉਂਦੇ ਨੇ ਅਸੀਂ ਉਹਨਾਂ ਨੂੰ ਈਸਾਈਆਂ ਦੇ ਹਮਲੇ ਦੇ ਤੌਰ ਦੇ ਉੱਤੇ ਕਿਉਂ ਨਹੀਂ ਲੈਂਦੇ। ਅਸਲ ਦੇ ਵਿੱਚ ਕਿਉਂਕਿ ਸਾਨੂੰ ਇਹ ਸ਼ਬਦ ਹੀ ਅੰਗਰੇਜ਼ਾਂ ਨੇ ਦਿੱਤੇ ਨੇ ਕਿ ਮੁਗਲ ਆਏ ਸਨ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 1857 ਦੇ ਗਦਰ ਤੋਂ ਪਹਿਲਾਂ ਭਾਰਤ ਦੇ ਇਤਿਹਾਸ ਨੂੰ ਕੋਈ ਵੀ ਇਦਾਂ ਨਹੀਂ ਸੀ ਪੜ੍ਹਦਾ। ਭਾਰਤ ਦਾ ਇੱਕ ਵੀ ਮੁਸਲਮਾਨ ਹਿਸਟੋਰੀਅਨ ਨਹੀਂ ਹੈ ਜਿਹਨੇ ਔਰੰਗਜ਼ੇਬ ਨੂੰ ਕਿਸੇ ਵੀ ਤਰੀਕੇ ਨਾਲ ਡਿਫੈਂਡ ਕਰਨ ਦਾ ਯਤਨ ਕੀਤਾ ਹੋਵੇ। ਭਾਰਤ ਦੇ ਮੁਸਲਮਾਨ ਹਿਸਟੋਰੀਅਨ ਜਿਵੇਂ ਹਿੰਦੂ ਹਿਸਟੋਰੀਅਨ ਉਹਨੂੰ ਗਲਤ ਤੌਰ ਦੇ ਉੱਤੇ ਪੇਸ਼ ਕਰਦੇ ਨੇ, ਜਾਂ ਜਿਸ ਤਰੀਕੇ ਦਾ ਉਹਨੇ ਬਿਹੇਵ ਕੀਤਾ ਸਮਾਜ ਦੇ ਨਾਲ ਉਸ ਤਰੀਕੇ ਦੇ ਨਾਲ ਸੱਚ ਪੇਸ਼ ਕਰਦੇ ਨੇ, ਉਸੇ ਤਰ੍ਹਾਂ ਹੀ ਮੁਸਲਮਾਨ ਹਿਸਟੋਰੀਅਨ ਵੀ ਕਰਦੇ ਨੇ। ਔਰ ਪਰ ਫਰਕ ਸਿਰਫ ਇੰਨਾ ਹੀ ਹੈ ਕਿ ਜਦੋਂ ਹਿੰਦੂ ਨਜ਼ਰੀਏ ਤੋਂ ਕੀਤਾ ਜਾਂਦਾ ਤਾਂ ਉਹਨੂੰ ਥੋੜਾ ਜਿਹਾ ਉਹ ਪਰਸੈਪਸ਼ਨ ਵਾਲੀ ਰੰਗਤ ਦੇ ਦਿੱਤੀ ਜਾਂਦੀ ਹੈ, ਔਰ ਪਰਸੈਪਸ਼ਨ ਜਿਹੜੀ ਹੁੰਦੀ ਹੈ ਉਹ ਫਿਰ ਤੱਥ ਨਹੀਂ ਹੁੰਦੇ, ਉਹ ਫਿਰ ਕੋਈ ਸਦਭਾਵਨਾ ਵੀ ਪੈਦਾ ਨਹੀਂ ਕਰਦੀ। ਸਵਾਲ ਸਾਡੇ ਸਾਹਮਣੇ ਇਹ ਹੈ ਕਿ ਅਸੀਂ ਸਦਭਾਵਨਾ ਪੈਦਾ ਕਰਨੀ ਹੈ ਕਿ ਰਾਜਨੀਤਿਕ ਤੌਰ ਦੇ ਉੱਤੇ ਆਸਥਾ ਦੀ ਧੌਂਸ ਦੇਣ ਵਾਲੇ ਲੋਕਾਂ ਨੂੰ ਸਪੋਰਟ ਕਰਨੀ ਹੈ। ਔਰ ਮੈਂ ਸਮਝਦਾ ਹਿੰਦੂਤਵ ਰਾਜਨੀਤਿਕ ਧੌਂਸ ਦੇ ਨਾਲ ਆਪਣੀ ਆਸਥਾ ਦੀ ਧੌਂਸ ਨੂੰ ਜਸਟੀਫਾਈ ਕਰਨ ਦਾ ਯਤਨ ਕਰ ਰਿਹਾ, ਹੁਣ ਵੀ ਕਰ ਰਿਹਾ, ਉਦੋਂ ਵੀ ਕਰ ਰਿਹਾ ਸੀ ਜਦੋਂ ਇੱਥੇ ਕਾਂਗਰਸ ਦੀਆਂ ਸਰਕਾਰਾਂ ਸਨ, ਕਿਉਂਕਿ ਉਹਦੇ ਵਿੱਚ ਬਹੁਤ ਕਲੀਅਰ ਗੱਲ ਆ। ਪਰ ਜੇ ਅਸੀਂ ਅਦਰਵਾਈਜ਼ ਗੱਲ ਕਰੀਏ ਤਾਂ ਕਿੰਨੇ ਲੋਕ ਨੇ ਸਾਡੇ ਹਿੰਦੁਸਤਾਨ ਦੇ ਸਧਾਰਨ ਲੋਕ, ਜੇ ਪਰਸੈਪਸ਼ਨ ਦੇ ਆਧਾਰ ਦੇ ਉੱਤੇ ਹੀ ਗੱਲ ਕਰਨੀ ਹੋਵੇ, ਜਿਨ੍ਹਾਂ ਨੂੰ ਮੁਗਲਾਂ ਤੇ ਤੁਰਕਾਂ ਵਿਚਾਲੇ ਫਰਕ ਦਾ ਪਤਾ ਹੋਵੇ, ਜਿਨ੍ਹਾਂ ਨੂੰ ਇਸ ਗੱਲ ਦਾ ਇਲਮ ਹੋਵੇ ਕਿ ਜਦੋਂ ਸੋਮਨਾਥ ਦੇ ਮੰਦਿਰ ਦੇ ਉੱਤੇ ਅਟੈਕ ਹੁੰਦੇ ਸੀ ਉਦੋਂ ਕਿੰਨੇ ਮੁਗਲ ਸਨ ਜਿਹੜੇ ਉਸ ਹਮਲਾਵਰ ਦੇ ਖਿਲਾਫ ਸਿੱਖਾਂ ਦੇ ਨਾਲ ਰਲ ਕੇ ਉਹਦੇ ਖਿਲਾਫ ਲੜਾਈ ਲੜ ਰਹੇ ਸਨ। ਉਹ ਕੋਈ ਮੁਸਲਮਾਨ ਹੋਣ ਦੇ ਨਾਤੇ ਲੜਾਈ ਨਹੀਂ ਸੀ ਲੜ ਰਿਹਾ, ਉਹ ਕੋਈ ਸੋਮਨਾਥ ਮੰਦਿਰ ਨੂੰ ਹਿੰਦੂ ਮੰਦਿਰ ਦੇ ਤੌਰ ਤੇ ਤੋੜਨ ਦੇ ਖਿਲਾਫ ਲੜਾਈ ਨਹੀਂ ਸੀ ਲੜ ਰਿਹਾ, ਉਹ ਇੱਕ ਹਮਲਾਵਰ ਦੇ ਖਿਲਾਫ, ਇੱਕ ਲੁਟੇਰੇ ਦੇ ਖਿਲਾਫ ਲੜਾਈ ਲੜ ਰਹੇ ਸਨ, ਅਹਿਮਦ ਸ਼ਾਹ ਅਬਦਾਲੀ ਦੇ ਖਿਲਾਫ। ਕਿੰਨੇ ਲੋਕ ਨੇ ਜਿਨ੍ਹਾਂ ਨੂੰ ਫਿਰ ਮੁਗਲਾਂ ਤੇ ਤੁਰਕਾਂ ਵਿਚਾਲੇ ਫਰਕ ਦਾ ਵੀ ਪਤਾ ਹੋਵੇ। ਜੇ ਅਸੀਂ ਫਿਰ ਇਸ ਤਰੀਕੇ ਦੇ ਨਾਲ ਦੇਖਣਾ ਪਰਸੈਪਸ਼ਨ, ਤਾਂ ਫਿਰ ਮੁਗਲ ਤੁਰਕ ਨੂੰ ਵੀ ਬਰਾਬਰ ਕਰਕੇ ਗਿਣਦੀ ਆ, ਕਿਉਂਕਿ ਇਹ ਦੋਨੋਂ ਕਿਸੇ ਨਾ ਕਿਸੇ ਸ਼ਕਲ ਦੇ ਵਿੱਚ ਇਸਲਾਮ ਨਾਲ ਜੁੜ ਜਾਂਦੇ ਨੇ। ਔਰ ਮੁਗਲਾਂ ਤੇ ਤੁਰਕਾਂ 'ਚ ਆਪਣੀ ਆਪਸੀ ਦੁਸ਼ਮਣੀ ਕਿੰਨੀ ਸੀ, ਉਹ ਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕਿੰਨੀ ਸੀ, ਇਸ ਗੱਲ ਨੂੰ ਫਿਰ ਕਿਹੜਾ ਸਾਡੇ ਸਾਹਮਣੇ ਲਿਆਏਗਾ। ਪਰ ਘੱਟੋ ਘੱਟ ਹਿੰਦੂਤਵਵਾਦੀ ਤੇ ਇਸ ਗੱਲ ਨੂੰ ਬਿਲਕੁਲ ਵੀ ਜ਼ਾਹਰ ਨਹੀਂ ਹੋਣ ਦੇਣਗੇ, ਕਿਉਂਕਿ ਇਹਦੇ ਨਾਲ ਉਹਨਾਂ ਦਾ ਐਂਟੀ ਮੁਸਲਿਮ ਏਜੰਡਾ ਜਿਹੜਾ ਉਹ ਫੇਲ ਹੋ ਜਾਂਦਾ। ਕਿਉਂਕਿ ਤੁਰਕ ਤੇ ਮੁਗਲ ਦੋਨੋਂ ਜਾਣੇ ਇਸਲਾਮ 'ਚ ਹੁੰਦੇ ਹੋਏ ਇੱਕ ਦੂਜੇ ਦੇ ਖਿਲਾਫ ਖੜੇ ਹੋ ਗਏ ਸਨ। ਸਾਨੂੰ ਇਸ ਗੱਲ ਨੂੰ ਸਮਝਣਾ ਪਏਗਾ ਕਿ ਰਾਜਨੀਤਿਕ ਲੜਾਈਆਂ ਨੂੰ ਰਾਜਨੀਤਿਕ ਤਰੀਕੇ ਨਾਲ ਸਮਝਣਾ ਪਵੇਗਾ। ਈਰਾਨ ਇਰਾਕ ਦੋਨੋਂ ਮੁਸਲਮਾਨ ਹੋ ਕੇ ਇੱਕ ਦੂਜੇ ਉੱਤੇ ਹਮਲਾਵਰ ਹੁੰਦੇ ਨੇ, ਇਹ ਗੱਲ ਸਾਨੂੰ ਸਮਝਣੀ ਪਏਗੀ। ਸਾਰੇ ਸ਼ਿਵਾਜੀ ਮਰਾਠਾ ਹਿੰਦੂ ਹੁੰਦੇ ਹੋਏ ਬਾਕੀ ਛੋਟੇ ਛੋਟੇ ਰਾਜਾਂ ਦੇ ਉੱਤੇ ਕਬਜ਼ਾ ਕਰਦੇ ਨੇ, ਸਾਨੂੰ ਸਮਝਣਾ ਪਏਗਾ ਕਿ ਉਹ ਕਿਸੇ ਹਿੰਦੂ ਦੇ ਉੱਤੇ ਕਬਜ਼ਾ ਨਹੀਂ ਸੀ ਕਰ ਸਕਦੇ, ਸੱਤਾ ਦੀ ਲੜਾਈ ਲੜ ਰਹੇ ਸਨ। ਮਿਸਲਾਂ ਨੂੰ ਤੋੜ ਕੇ ਮਹਾਰਾਜਾ ਰਣਜੀਤ ਸਿੰਘ ਬਾਕੀ ਸਾਰਿਆਂ ਦੇ ਉੱਤੇ ਕਾਬਜ਼ ਹੋ ਸਕਦੇ ਨੇ। ਇਹ ਸਾਨੂੰ, ਅਸੀਂ ਨਹੀਂ ਕਵਾਂਗੇ ਕਿ ਉਹ ਕੋਈ ਕਿਸੇ ਦੂਸਰੇ ਦੇ ਉੱਤੇ ਅਟੈਕ ਕਰ ਰਹੇ ਸਨ, ਉਹ ਆਪਦੀ ਸੱਤਾ ਸਥਾਪਿਤ ਕਰਨ ਲਈ ਲੜ ਰਹੇ ਸਨ। ਇਸ ਤਰੀਕੇ ਨਾਲ ਇਤਿਹਾਸ ਨੂੰ, ਜੇ ਲੋਕਾਂ ਦੀ ਪਰਸੈਪਸ਼ਨ ਗਲਤ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਸਿਆਣੇ ਲੋਕ ਲੋਕਾਂ ਦੀ ਪਰਸੈਪਸ਼ਨ ਦੇ ਪਿੱਛੇ ਭੱਜ ਜਾਣ। ਸਿਆਣੇ ਲੋਕਾਂ ਦਾ ਕੰਮ ਇਹੀ ਹੈ ਕਿ ਲੋਕਾਂ ਦੀਆਂ ਮਿੱਥਾਂ ਜਿਹੜੀਆਂ ਪਰਸੈਪਸ਼ਨਾਂ ਨੂੰ ਤੋੜਨ ਦਾ ਯਤਨ ਕੀਤਾ ਜਾਵੇ। ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰ ਦੂੰ। ਜੀ ਟਾਈਮ ਜ਼ਿਆਦਾ ਨਹੀਂ ਬਚਿਆ, ਪਰ ਅਖੀਰ ਤੁਹਾਨੂੰ 1 ਮਿੰਟ ਜ਼ਰੂਰ ਦਊਂਗਾ। ਅਪਰੀਤ ਜੀ, ਇਹ ਸਾਰੀ ਗੱਲ ਜਿਹੜੀ ਹੈਗੀ ਇਹ ਅਖੀਰ ਆ ਕੇ ਪੋਲਿਟਿਕਸ ਤੇ ਆ ਕੇ ਖੜ ਜਾਂਦੀ ਆ। ਕੁਝ ਲੋਕ ਨੇ, ਕੁਝ ਪਾਰਟੀਆਂ ਨੇ, ਕੁਝ ਲੋਕ ਇਸ ਤਰ੍ਹਾਂ ਦਾ ਇੱਕ ਜਿਹੜੇ ਉਹ ਕਿਸੇ ਤਰੀਕੇ ਦੇ ਨਾਲ ਇਹ ਸਮਝਦੇ ਨੇ ਕਿ ਹਿੰਦੁਸਤਾਨ ਦੀ ਪੋਲੀਟੀਕਲ ਸਿਸਟਮ ਜੇ ਕੁਝ ਅਸਥਿਰਤਾ ਬਣੀ ਹੋਈ ਹੈ, ਅਸਥਿਰ ਰਹੇ, ਜਾਂ ਜਿਹੜੀ ਹੈਗੀ ਕੋਈ ਸਟਰੋਂਗ ਗਵਰਨਮੈਂਟ ਨਾ ਹੋਵੇ ਤਾਂ ਅਸੀਂ ਸ਼ਾਇਦ ਕਿਤੇ ਦੁਬਾਰਾ ਗੇਨ ਕਰ ਲਈਏ। ਉਹਨਾਂ ਵਾਸਤੇ ਹਿੰਦੂ, ਮੈਨੂੰ ਇਹ ਵੀ ਨਹੀਂ ਲੱਗਦਾ ਕਿ ਕੋਈ ਸਮਾਂ ਟੱਪ ਕੇ ਉਹ ਸ਼ਾਇਦ ਕੋਈ ਹੋਰ ਧਰਮਾਂ ਦੇ ਉੱਤੇ, ਭਾਵੇਂ ਸਿੱਖ ਧਰਮ ਵੀ ਹੋਵੇ, ਉਹ ਇਹੋ ਜਿਹੇ ਸਵਾਲ ਖੜੇ ਕਰਨੇ, ਔਰ ਕਿਤੇ ਨਾ ਕਿਤੇ ਬੌਧਿਕ ਪੱਧਰ ਤੇ ਉਹ ਬੜੇ ਸਵਾਲ ਕਰਨ ਵਾਸਤੇ ਅੱਜ ਵੀ ਤਿਆਰ ਹੋਣਗੇ। ਸਵਾਲ ਪਰਸੈਪਸ਼ਨ ਦਾ ਇੰਨਾ ਹੈ ਕਿ ਲੋਕੀ ਜੁੜੇ ਹੋਏ ਨੇ ਔਰ ਇਹ ਚੀਜ਼ ਕੁੜੱਤਣ ਪੈਦਾ ਕਰਦੀ ਹੈ। ਪਰ ਕੁਝ ਲੋਕਾਂ ਨੂੰ ਕੁੜੱਤਣ ਹੀ ਰਾਸ ਆਉਂਦੀ ਹੋਵੇ ਤਾਂ ਉਹ ਜ਼ਰੂਰ ਇਸ ਗੱਲ ਦੀ ਹੀ ਤਾਇਦ ਕਰਦੇ ਰਹਿਣਗੇ ਜੀ ਲੋਕਾਂ ਦੀ ਪਰਸੈਪਸ਼ਨ ਕੁਝ ਨਹੀਂ ਹੁੰਦੀ ਹੈਗੀ, ਇਹ ਅਸਲੀਅਤ ਇਹ ਹੈ। ਜੇ ਤੱਥ ਉੱਥੇ ਇਹੋ ਜਿਹੇ ਨੇ ਜਿਨ੍ਹਾਂ ਦੇ ਉੱਤੇ ਫੈਸਲਾ ਦੋ ਟੁਕ ਨਹੀਂ ਦਿੱਤਾ ਜਾ ਸਕਦਾ, ਔਰ
ਸਰਕਾਰ ਨੂੰ ਵੀ ਔਰ ਜੱਜ ਨੂੰ ਵੀ ਕੋਰਟ ਨੂੰ ਵੀ ਇਹ ਮਹਿਸੂਸ ਹੁੰਦਾ ਹੈ ਕਿ ਇਹਦਾ ਫੈਸਲਾ ਜਿਹੜਾ ਹੈਗਾ ਉਹ ਲੋਕਾਂ 'ਚ ਪਾੜਾ ਵਧਾ ਸਕਦਾ ਹੈ। ਕੋਰਟ ਆਪਣੇ ਆਧਾਰ ਦੇ ਉੱਤੇ ਜੋ ਫੈਕਟਸ ਨੇ, ਪੇਪਰ ਨੇ, ਨਹੀਂ ਬਦਲ ਸਕਦਾ। ਉੱਥੇ ਮਲਕੀਅਤ ਜਿਹੜੀ ਹੈਗੀ ਬਿਲਕੁਲ ਰਾਮ ਮੰਦਿਰ ਦੇ ਨਾਂ ਦੀ ਇੱਕਦਮ ਨਹੀਂ ਕੋਰਟ ਦੇ ਅਨੁਸਾਰ, ਤੱਥਾਂ ਦੇ ਅਨੁਸਾਰ ਕੀਤੀ ਜਾ ਸਕਦੀ, ਔਰ ਉਹ ਚੀਜ਼ ਇਸ ਫੈਸਲੇ ਨੂੰ ਲਮਕਾਏਗੀ। ਇਸੇ ਕਰਕੇ ਤਾਂ ਮੀਡੀਏਸ਼ਨ ਦੀ ਲੋੜ ਪੈ ਰਹੀ ਹੈ। ਤੱਥਾਂ ਦੇ ਆਧਾਰ ਤੇ ਦੋ ਟੁਕ ਫੈਸਲਾ ਨਹੀਂ ਕੀਤਾ ਜਾ ਸਕਦਾ। ਅਸਲ 'ਚ ਉਹ ਜਿਹੜੇ ਲੋਕ ਚਾਹੁੰਦੇ ਨੇ ਕਿ ਦੋ ਟੁਕ ਫੈਸਲਾ ਆਵੇ ਹੀ ਨਾ, ਗੱਲ ਇਹ ਇਦਾਂ ਹੀ ਬਣੀ ਰਹੇ, ਉਹ ਕਿੰਨੇ ਹੀ ਬਹਾਨੇ ਜਿਹੜੇ ਹੈਗੇ ਉਹ ਢੂੰਡ ਲੈਣਗੇ। ਔਰ ਜਿਹੜਾ ਲੋਕਾਂ 'ਚ ਧਾਰਮਿਕ ਆਸਥਾ ਨਹੀਂ, ਉਹ ਇਹ ਵੀ ਕਹਿ ਦੇਣਗੇ ਜੀ ਉਹ ਮਿਥਿਹਾਸਿਕ ਹੈ, ਉਹ ਕ੍ਰਿਸ਼ਨ ਜੀ ਵੀ ਮਿਥਿਹਾਸਿਕ ਹੈ। ਪਰ ਜੇ ਉਹਨਾਂ ਨੂੰ ਪੁੱਛੀਏ ਫਿਰ ਗੀਤਾ ਕਿੱਥੋਂ ਆ ਗਈ, ਉਹ ਕੋਈ ਨਾ ਕੋਈ ਆਪਣਾ ਥੀਸਿਸ ਹੋਰ ਕੱਢ ਦੇਣਗੇ, ਕਿਉਂਕਿ ਉਹ ਉਹਨਾਂ ਦੀ ਇੱਕ ਸੋਚ ਜਿਹੜੀ ਹੈਗੀ ਉਹ ਇੱਕ ਪਦਾਰਥਿਕ ਢਾਂਚੇ ਦੇ ਹਿਸਾਬ ਨਾਲ ਹੀ ਸੋਚਣ ਤੋਂ ਹੋਗੀ। ਸਾਇੰਸ 'ਚ ਵੀ ਬਹੁਤ ਅੱਗੇ ਨਵੀਆਂ ਚੀਜ਼ਾਂ ਦੱਸ ਰਹੀ ਹੈ। ਜਿਹੜੀ ਸਪਿਰਿਚੁਅਲਿਜ਼ਮ ਦੀ ਵਿਆਖਿਆ ਸਾਇੰਸ ਦੇ ਨਾਲ ਹੋ ਸਕਦੀ ਹੈ, ਪਰ ਕੁਝ ਲੋਕ ਆਪਣਾ ਜਿਹੜਾ ਹੈਗਾ ਆਧਾਰ ਉਹ ਜਿੱਥੇ ਅੱਜ ਤੋਂ 50 ਸਾਲ ਪਹਿਲਾਂ ਖੜਾ ਸੀ, ਉੱਥੀ ਬੌਧਿਕਤਾ ਦੇ ਹਿਸਾਬ ਦੇ ਨਾਲ ਉਹ ਪਿਛਲੀ ਜਿਹਨੂੰ ਕਹਿੰਦੇ ਨੇ ਨੌਸਟੈਲਜਿਕ ਨੇ ਕਿ ਅੱਜ ਤੋਂ 50 ਸਾਲ ਪਹਿਲਾਂ ਕੀ ਹੋਇਆ ਸੀ ਤੇ ਉਹੀ ਹਿੰਦੁਸਤਾਨ 'ਚ ਅੱਜ ਹੋ ਜਾਵੇ, ਤੇ ਉਹਨਾਂ ਲੋਕਾਂ ਨੂੰ ਨਹੀਂ ਸਮਝਾਇਆ ਜਾ ਸਕਦਾ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਛੋਟੀ ਜਿਹੀ ਕੋਸ਼ਿਸ਼ ਪਸੰਦ ਆਈ ਹੋਊਗੀ। ਸਾਡੀ ਨਿਗਾਹ ਬਣੀ ਰਹੂਗੀ ਇਸ ਪੂਰੇ ਮੁੱਦੇ ਤੇ। ਅਸੀਂ ਤੁਹਾਨੂੰ ਜਿੱਦਾਂ ਜਿੱਦਾਂ ਇਹ ਮੁੱਦਾ, ਜੋ ਖਬਰ ਇਸ ਮੁੱਦੇ ਤੋਂ ਰਿਲੇਟਡ ਆਉਂਦੀ ਆ, ਉਦਾਂ ਅਸੀਂ ਤੁਹਾਡੇ ਨਾਲ ਇਸ ਇਨਫੋਰਮੇਸ਼ਨ ਸਾਂਝੀ ਜ਼ਰੂਰ ਕਰਦੇ ਰਵਾਂਗੇ। ਅਖੀਰ ਵਿੱਚ ਸਾਡੇ ਸ਼ੋਅ ਕਿੱਦਾਂ ਲੱਗਦੇ ਆ, ਫੋਨ, ਈਮੇਲ ਔਰ WhatsApp ਤੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਇੱਥੇ ਮੈਨੂੰ, ਅਜੀਤ ਸਿੰਘ ਜੀ ਨੂੰ, CP ਸਿੰਘ ਜੀ ਨੂੰ ਅਤੇ ਸਬਦੀਸ਼ ਜੀ ਨੂੰ ਦਿਓ ਇਜਾਜ਼ਤ। ਧੰਨਵਾਦ।